ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਤੁਹਾਨੂੰ ਪਤਾ ਹੈ ਕਿ ਕੋਵਿਡ-19 ਕਾਰਨ ਸਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਬਹੁਤ ਆ ਰਹੀਆਂ ਨੇ ਤੇ ਨਾਲ-ਨਾਲ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ ਨੇ। BC ਦੇ ਵਿੱਚ ਜਿਵੇਂ-ਜਿਵੇਂ ਕਰੋਨਾ ਦੇ ਕੇਸ ਵੱਧ ਰਹੇ ਨੇ ਉਵੇਂ-ਉਵੇਂ ਪਾਬੰਦੀਆਂ ਵਿੱਚ ਵਾਧਾ ਕੀਤਾ ਜਾ ਰਿਹਾ। ਕ੍ਰਿਸਮਸ ਦੇ ਦਿਨ ਆ ਰਹੇ ਨੇ ਤੇ ਇਸ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਪਾਰਟੀ ਕਰੀਏ, ਅਸੀਂ ਆਪਣੇ ਪਰਿਵਾਰ ਦੇ ਨਾਲ, ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਨਾਲ ਇਕੱਠੇ ਰਲ ਕੇ ਬੈਠੀਏ, ਕ੍ਰਿਸਮਸ ਡਿਨਰਸ ਨੂੰ ਇੰਜੋਏ ਕਰੀਏ। ਪਰ ਇਹ ਹੁਣ ਸਮਾਂ ਕ੍ਰਿਸਮਸ ਮਨਾਉਣ ਦਾ, ਤਿਉਹਾਰ ਮਨਾਉਣ ਦਾ ਨਹੀਂ ਹੈ। ਵਾਰ-ਵਾਰ ਹੈਲਥ ਐਕਸਪਰਟਸ ਦੇ ਦੁਆਰਾ ਇਹ ਕਿਹਾ ਜਾ ਰਿਹਾ ਤੇ ਪਾਬੰਦੀਆਂ ਹੁਣ 8 ਤਰੀਕ ਤੱਕ यानी कि अगले साल 2021 8 तरीक 8 जनवरी तक वधा दित्तियां गईयां ने ते पाबंदियां दे विच वाधा हो रहा ते नाल-नाल खुशी दी खबर ये आ रही है कि वैक्सीन आ गई है। प्रधानमंत्री जस्टिन ट्रूडो ने कहा कि 2,49,000 डोजेज जिहड़ियां ने वो क्रिसमस तक जिहड़ियां इस साल दे एंड तक आ जाणगियां। पर किस तरह इहदी वंड कीती जाएगी, किस नूं पहलां वैक्सीनेट कीता जाएगा, इहदे साइड इफैक्ट भी बहुत दस्से जा रहे हैं, किस तरह इफैक्ट करेगा, इस सब बारे गलबात होवेगी। ते गलबात करन दे लई अज स्टूडियो दे विच पहुंचे होए ने डॉक्टर गुलजार चीमा। आओ उन्हां दा स्वागत करते हैं ते उन्हां दे नाल गलबात करते हैं। सत श्री अकाल डॉक्टर साहब। हाँ जी सत श्री अकाल। जिवें मैं दस्सिया कि वैक्सीन आ गई है, खुशखबरी की गल है ते असीं पहलां भी पिछले एपीसोड दे विच भी डिस्कस कीता है कि किस तरह वैक्सीन आई है। हुण हाल ही दे विच जस्टिन ट्रूडो प्रधानमंत्री ने कहा है कि 2,49,000 डोजेज आउणगियां पर बहुत घट हैगियां कनेडियन संख्या के हिसाब नाल। अपडेट की है सब तो पहला? देखो पहली गल तो है कि इस तो पहला मैं वैक्सीनेशन की गल करा। मैं चाहना भी एक अज बड़ा स्पैशल आर्टिकल सी साडे कनेडियन मैडिकल एसोसीएशन के जर्नल दे विच वो मैं शेयर करना चाहना। ਉਹਦੇ ਵਿੱਚ ਨਾ ਉਹਦੇ ਵਿੱਚ ਕਿਹਾ ਵੀ ਆਪਾਂ ਕਿੰਨੀ ਵਾਰੀ ਡਿਸਕਸ ਕੀਤਾ ਵੀ ਇਹਦੇ ਸਿੰਪਟਮ ਕੀ ਨੇ, ਕਫ, ਸੋਰ ਥਰੋਟ, ਫੀਵਰ, ਨੇਜ਼ਲ ਡਿਸਚਾਰਜ। ਕਈ ਵਾਰੀ ਹੁੰਦਾ ਤੁਹਾਡੀ ਬਾਡੀ ਟਾਇਰਡ ਹੋ ਜਾਂਦੀ ਹੈ, ਇਸ ਤੋਂ ਇਲਾਵਾ ਲਾਸ ਆਫ ਸਮੈਲ, ਲਾਸ ਆਫ ਟੇਸਟ। ਪਰ ਨਾਲ ਇਹ ਵੀ ਕਿਹਾ ਗਿਆ ਕਿ ਹੁਣ ਕਈਆਂ ਲੋਕਾਂ ਦੇ ਵਿੱਚ ਇਹ ਬੜੇ ਹੋਰ ਤਰੀਕੇ ਨਾਲ ਜਿਹੜੀ ਹੈ ਨਾ ਕੋਵਿਡ-19 ਬੜੀ ਘਾਤਕ ਤਰੀਕੇ ਨਾਲ ਕੰਮ ਕਰਦੀ ਹੈ। ਉਹ ਖਤਮ ਜਿਸ ਤਰ੍ਹਾਂ ਕਿ ਕਿਡਨੀਜ਼ ਨੂੰ ਡੈਮੇਜ ਕਰਦੀ ਹੈ, ਹਾਰਟ ਨੂੰ ਡੈਮੇਜ ਕਰਦੀ ਹੈ, ਬਾਡੀ ਵਿੱਚ ਇਨਫਲੇਮੇਸ਼ਨ ਕਰਦੀ ਹੈ, ਕਲੌਟਿੰਗ 'ਤੇ ਅਸਰ ਪਾਉਂਦੀ ਹੈ। ਸੋ ਕਈ ਜਿਹੜੀਆਂ ਗੱਲਾਂ ਨੇ ਸਾਡੇ ਪ੍ਰੋਗਰਾਮ ਦੇਖਣ ਵਾਲਿਆਂ ਵਾਸਤੇ ਬੜੀ ਇੰਪੋਰਟੈਂਟ ਗੱਲਾਂ ਨੇ ਕਿ ਕਈ ਵਾਰੀ ਇਹਦੇ ਸਿੰਪਟਮ ਜਿਹੜੇ ਨੇ ਆਪਾਂ ਨੇ ਕਈ ਵਾਰੀ ਧਿਆਨ ਨਹੀਂ ਦਿੰਦੇ ਕਿ ਆਹ ਸਾਡੇ ਕੋਲ ਆਹ ਸਿੰਪਟਮ ਹੈ ਨਹੀਂ ਪਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦੀ। ਪਰ ਜੇ ਤੁਹਾਨੂੰ ਬਾਕੀ ਕੋਈ ਇਸ਼ੂ ਖੜਾ ਹੋ ਰਿਹਾ, ਆਲ ਆਫ ਅ ਸਡਨ ਤੁਸੀਂ ਡਾਊਨ ਫੀਲ ਕਰਦੇ ਹੋ, ਸ਼ਾਰਟਨੈਸ ਆਫ ਬ੍ਰੈਥ ਹੈਗੀ ਹੈ, ਚੈਸਟ ਡਿਸਕੰਫਰਟ ਹੈਗੀ ਹੈ, ਇਸ ਤੋਂ ਇਲਾਵਾ ਜੇ ਤੁਹਾਡਾ ਸਿਸਟਮ ਪਹਿਲਾਂ ਕੰਪਰੋਮਾਈਜ਼ ਸੀ ਤੇ ਅੰਡਰਲਾਈਂਗ ਮੈਡੀਕਲ ਕੰਡੀਸ਼ਨਸ ਤਾਂ ਤੁਹਾਨੂੰ ਵਾਚ ਕਰਨਾ ਪੈਣਾ। ਸੋ ਨੈਕਸਟ ਜਿਹੜਾ ਸਵਾਲ ਹੁੰਦਾ ਵੀ ਵੈਕਸੀਨੇਸ਼ਨ ਦਾ। ਦੇਖੋ ਸਰਕਾਰ ਨੇ ਪਹਿਲਾਂ ਵੀ ਪਿਛਲੇ ਸਾਲ ਵੀ ਪਿਛਲੇ ਸਾਲ ਨਹੀਂ ਐਸੇ ਸਾਲ ਦੇ ਮਿਡਲ ਦੇ ਵਿੱਚ ਵੈਕਸੀਨੇਸ਼ਨ ਦੁਨੀਆ ਵਿੱਚ ਜਿਸ ਤਰ੍ਹਾਂ ਬਾਕੀ ਕੰਪਨੀਆਂ ਦੇ ਥਰੂ ਇਹਨਾਂ ਨੇ ਸਿਕਿਉਰ ਕੀਤੇ ਸੀ ਇਨਫ ਵੈਕਸੀਨੇਸ਼ਨ ਇਹਨਾਂ ਨੇ ਆਪਣੇ ਆਪ ਨੂੰ ਸਿਕਿਉਰ ਕੀਤਾ। ਪਿਛਲੇ ਹਫਤੇ ਕਲੀਅਰ ਵੀ ਕੀਤਾ ਸੀ। ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਇਹ ਪਾਲਿਸੀ ਇਸ਼ੂਜ਼ ਨੇ ਜਿਹੜੇ ਕਿ ਜਦੋਂ ਵੀ ਰੋਲ ਆਊਟ ਕਰਨਗੇ ਪੂਰੀਆਂ ਕਮੇਟੀਜ਼ ਬਣੀਆਂ ਉਹਨਾਂ ਨੇ ਵਾਚ ਕਰਨਾ, ਉਹਨਾਂ ਨੇ ਆਪਣੀ ਪ੍ਰੋਵਿੰਸ ਦੇ ਨਾਲ ਕੰਮ ਕਰਨਾ। ਪਰ ਉਹ ਸਾਡੇ ਵਾਸਤੇ ਵਰੀ ਕਰਨ ਦੀ ਗੱਲ ਨਹੀਂ ਹੈ, ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਦਾ ਫਰਜ਼ ਬਣਦਾ। ਜੇ ਮੈਂ ਸਮਝਦਾ ਆਪਣਾ ਫਰਜ਼ ਪੂਰਾ ਕਰਦੇ ਪਏ ਨੇ ਤੇ ਅੱਗੋਂ ਵੀ ਕਰਨਗੇ। ਕਿਸੇ ਵੀ ਸਰਕਾਰ ਨੇ ਇਸ ਕੰਮ ਦੇ ਵਿੱਚ ਇੰਟਰਫੀਅਰ ਨਹੀਂ ਕਰਨਾ ਕਿਉਂਕਿ ਮੁਸ਼ਕਿਲ ਹੋ ਜਾਣਾ। ਗੱਲ ਆ ਰਹੀ ਕਿ ਵੈਕਸੀਨੇਸ਼ਨ ਦੀ। ਵੈਕਸੀਨੇਸ਼ਨ ਦੀ ਜਿਹੜੀਆਂ ਨਾ ਹੁਣ 3 ਕੰਪਨੀਆਂ ਜਿਹੜੀਆਂ ਮੇਨ ਅੱਗੇ ਆ ਰਹੀਆਂ। ਕੈਨੇਡਾ ਵਿੱਚ ਉਹਨਾਂ ਦੀ ਅਪਰੂਵਲ ਜਿਹੜੀ ਹੈ ਨਾ ਹੋ ਸਕਦਾ ਜੀਆਂ ਕੱਲ੍ਹ ਜਦੋਂ ਵੀ ਹੋਣੀ ਉਸ ਤੋਂ ਬਾਅਦ ਵੈਕਸੀਨੇਸ਼ਨ ਉਹਨਾਂ ਨੇ ਕਿਹਾ ਕਿ ਅਸੀਂ 24 ਆਵਰ 'ਚ ਪਹੁੰਚਾ ਦਾਂਗੇ। ਐਂਡ ਆਫ ਡੋਜ਼ਸ ਹੋਣਗੀਆਂ। ਜਿਹੜੀਆਂ ਡੋਜ਼ਸ ਨੇ ਉਹਦੀ ਡਿਸਟਰੀਬਿਊਸ਼ਨ ਬਾਰੇ ਜਿਹੜੇ ਫਸਟ ਗਰੁੱਪ ਕਿਹੜੇ ਨੇ, ਸੈਕਿੰਡ ਜਾਂ ਥਰਡ, ਉਹ ਹੈਲਥ ਐਕਸਪਰਟ ਪਲੱਸ ਪਾਲਿਸੀ ਮੇਕਰਸ ਨੇ ਡਿਸਾਈਡ ਕਰਨੇ ਨੇ ਅਲੋਂਗ ਵਿਦ ਦ ਪ੍ਰੋਵਿੰਸ। ਗੱਲ ਇਹ ਹੁੰਦੀ ਹੈ ਕਿ ਸਾਨੂੰ ਜਿਹੜਾ ਨਾ ਇਹ ਜਿਹੜਾ ਪ੍ਰੋਗਰਾਮ ਜਿਹੜੀ ਆਪਣਾ ਸਾਊਥ ਏਸ਼ੀਅਨ ਭਾਈਚਾਰਾ ਇਹਨਾਂ ਨੂੰ ਵਾਚ ਕਰਨ ਦੀਆਂ 3-4 ਗੱਲਾਂ ਮੈਂ ਸਮਝਣਾ ਕਿ ਕੀ ਪਾਰਟ ਨੇ। ਪਹਿਲੀ ਗੱਲ ਤਾਂ ਹੈ ਕਿ ਇੱਕ ਰਿਊਮਰ ਤੋਂ ਬਚਣਾ, ਆ ਜਿਹੜੀਆਂ ਫਾਲਤੂ ਨਿਊਜ਼ ਨੇ ਇੱਥੋਂ ਬਚਣਾ ਕਿ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਆਉਂਦੀ ਹੈ ਉਹ ਅਥੈਂਟਿਕ ਹੋਏ। ਉਹ ਜਦੋਂ ਤੁਸੀਂ ਫੋਰ ਐਗਜ਼ਾਮਪਲ ਕਿ ਜੇ ਅੱਗੇ ਕਿਸੇ ਨੂੰ ਭੇਜਣੀ ਹੈ ਸੋਸ਼ਲ ਮੀਡੀਆ ਦੇ ਥਰੂ ਪਹਿਲਾਂ ਉਹਨੂੰ ਪੜ੍ਹ ਲਓ, ਉਹਦਾ ਸੋਰਸ ਦੇਖੋ ਵੀ ਕਿੱਥੋਂ ਇਨਫੋਰਮੇਸ਼ਨ ਆ ਰਹੀ ਹੈ। ਅਤੇ ਜਿਹੜਾ ਸੋਰਸ ਜਿੰਨੀ ਦੇਰ ਤੱਕ ਤੁਹਾਨੂੰ ਸੋਲਿਡ ਨਹੀਂ ਮਿਲਦਾ ਉਨੀ ਦੇਰ ਤੱਕ ਇਨਫੋਰਮੇਸ਼ਨ ਅੱਗੇ ਨਾ ਭੇਜੋ। ਕਿਉਂਕਿ ਜਿਹੜੇ ਸਵਾਲ ਤੁਸੀਂ ਪੁੱਛੇ ਨਾ ਸਾਰੇ ਤਕਰੀਬਨ ਨਾ ਉਹ ਕਈ ਤਾਂ ਸਵਾਲ ਠੀਕ ਨੇ, ਸਵਾਲ ਤਾਂ ਸਾਰੇ ਠੀਕ ਨੇ, ਉਹਦੇ ਵਿੱਚੋਂ ਜਿਹੜੀਆਂ ਲੋਕਾਂ ਨੂੰ ਮੁਸ਼ਕਿਲ ਆ ਸਕਦੀ ਹੈ ਫੀਵਰ ਜਾਂ ਮਾੜੀ ਮੋਟੀ ਜਿਹੜੀ ਪੇਨ ਹੋਣੀ ਹੈ ਉਹ ਨੋਰਮਲ ਰਿਐਕਸ਼ਨ ਨੇ। ਬਾਡੀ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਚੀਜ਼ ਇੰਜੈਕਟ ਕਰਨੀ ਹੈ ਉਹ ਜਿਹੜਾ
ਲੋ ਡੋਜ਼ ਦੇ ਵਿੱਚ ਵਾਇਰਸ ਨੂੰ ਦੇਣਾ ਜਾਂ ਉਹਨੂੰ ਮੋਡੀਫਾਈ ਕਰਕੇ ਦੇਣਾ, ਉਹਨੇ ਬਾਡੀ ਵਿੱਚ ਐਂਟੀਜਨ ਕ੍ਰੀਏਟ ਕਰਨੇ ਨੇ। ਜਦੋਂ ਉਹਨੇ ਐਂਟੀਜਨ ਕ੍ਰੀਏਟ ਕਰਨੇ ਨਾਲ ਰਿਐਕਸ਼ਨ ਵੀ ਹੋਣਾ ਥੋੜ੍ਹਾ ਜਿਹਾ। ਉਹ ਤੇ ਆਪਾਂ ਵੈਕਸੀਨੇਸ਼ਨ ਬਾਰੇ ਜਿਹੜੇ ਬਾਕੀ ਨੇ ਉਹਨਾਂ ਦੇ ਸਾਈਡ ਇਫੈਕਟਸ ਵੀ ਹੁੰਦੇ ਨੇ, ਪਰ ਇਹਦੇ ਜਿਹੜੇ ਸਾਈਡ ਇਫੈਕਟਸ ਨੇ ਸਾਰੀਆਂ ਜਿਹੜੀਆਂ ਕੰਪਨੀਆਂ ਵਾਲੇ ਕਹਿ ਰਹੇ ਨੇ ਵੀ ਬਹੁਤ ਲੀਸਟ ਨੇ। ਫਿਰ ਵੀ ਵਾਚ ਕਰਨਾ ਪੈਣਾ ਕਿਉਂਕਿ ਜਿਹੜਾ ਟਾਈਮ ਪੀਰੀਅਡ ਹੈ ਪਿਛਲੇ ਪ੍ਰੋਗਰਾਮ 'ਚ ਵੀ ਮੈਂ ਕਲੀਅਰ ਕੀਤਾ ਸੀ, ਬੜਾ ਸ਼ਾਰਟ ਕੀਤਾ, 10 ਮਹੀਨਿਆਂ ਵਿੱਚ ਕੀਤਾ ਜਿਹੜਾ ਕਿ 5 ਸਾਲ 'ਚ ਹੁੰਦਾ ਸੀ। ਸੋ ਦੇਰ ਆਰ ਸੋ ਮੈਨੀ ਕੁਐਸਚਨਸ ਆਪਾਂ ਨੂੰ ਅਨਆਂਸਰਡ ਕੁਐਸਚਨ ਨੇ, ਪਰ ਇਹ ਵੇਖਣਾ ਕਿ ਆਪਾਂ ਨੂੰ ਕਿ ਇਹਦੇ ਤੁਸੀਂ ਵੇਖਣਾ ਫਾਇਦੇ ਕਿੰਨੇ ਨੇ ਤੇ ਨੁਕਸਾਨ ਕਿੰਨੇ ਨੇ, ਤੇ ਨਾ ਲਵਾਉਣ ਦਾ ਕਿੰਨਾ ਨੁਕਸਾਨ ਹੋਣਾ ਤੇ ਲਵਾਉਣ ਦਾ ਤੁਹਾਨੂੰ ਕਿੰਨਾ ਫਾਇਦਾ ਹੋਣਾ, ਇਹ ਆਪਾਂ ਨੂੰ ਵਾਚ ਕਰਨਾ ਪੈਣਾ। ਸੋ ਬਿਲਕੁਲ ਜਦੋਂ ਤੁਸੀਂ ਸਾਈਡ ਇਫੈਕਟਸ ਦੀ ਅਸੀਂ ਗੱਲ ਕਰਦੇ ਹਾਂ ਕਿ ਸਾਈਡ ਇਫੈਕਟ ਤਾਂ ਹੋਣੇ ਆ, ਥੋੜਾ ਬਹੁਤ ਫੀਵਰ ਤਾਂ ਅਸੀਂ ਆਮ ਫਲੂ ਸ਼ਾਟ ਲਗਵਾਉਂਦੇ ਆ ਉਦੋਂ ਵੀ ਹੁੰਦਾ ਹੈ, ਪਰ ਇਹ ਤੁਹਾਡੀ ਹੈਲਥ ਠੀਕ ਕਰੇਗਾ, ਪਰ ਇਹਦੇ ਨਾਲ ਕੋਈ ਜਾਨ ਦਾ ਖਤਰਾ ਸੋ ਕਿੰਨਾ ਕੁ ਜ਼ਿਆਦਾ ਹੈ, ਕ੍ਰਿਟੀਕਲ ਹੋ ਸਕਦੀ ਹੈ ਕੋਈ ਇਸ ਵੈਕਸੀਨ ਤੋਂ ਬਾਅਦ? ਦੇਖੋ ਇਹ ਤੇ ਗੱਲਾਂ ਜਿਹੜੀਆਂ ਨਾ, ਕਿਉਂਕਿ ਵੈਕਸੀਨੇਸ਼ਨ ਤੇ ਅਜੇ ਮਾਰਕੀਟ 'ਚ ਹੁਣ ਆਏ ਨੇ, ਮਾਰਕੀਟ ਦੇ ਵਿੱਚ ਆ ਕੇ ਉਹਨਾਂ ਨੇ ਜਿਹੜੀ ਐਫੀਕੇਸੀ ਦਾ ਜਾਂ ਜਿਹੜੇ ਟਰਾਇਲ ਸੀ, ਜਿੰਨੀ ਦੇਰ ਤੱਕ ਪੂਰੇ ਟਰਾਇਲ ਨਹੀਂ ਸੀ ਹੁੰਦੇ ਉਨੀ ਦੇਰ ਤੱਕ ਅਪਰੂਵ ਨਹੀਂ ਸੀ ਕਰਨਾ। USA ਨੇ, ਕੈਨੇਡਾ, ਬਾਕੀ ਕੰਟਰੀਆਂ ਨੇ ਅਪਰੂਵ ਕਰਦੇ ਪਏ ਨੇ। UK ਦੇ ਵਿੱਚ ਅੱਜ ਪਹਿਲਾ ਅਮਰੀਕਾ ਫਸਟ ਇੰਜੈਕਸ਼ਨ ਸੀ 91 ਈਅਰ ਓਲਡ ਕਿਸੇ ਔਰਤ ਨੂੰ ਲਵਾਇਆ ਉਹਨਾਂ ਨੇ, ਸਿਟੀਜ਼ਨ ਨੂੰ। ਤੇ ਜੇ ਤੁਸੀਂ 91 ਈਅਰ ਲਵਾ ਸਕਦਾ ਹਿੰਮਤ ਨਾਲ, ਬਾਕੀ ਕਿਉਂ ਨਹੀਂ ਲਾ ਸਕਦੇ? ਸੋ ਉਹਦੇ ਨਾਲ ਇਹ ਗੱਲਾਂ, ਇਹ ਮੈਸੇਜ ਬੜੇ ਇੰਪੋਰਟੈਂਟ ਨੇ। ਇਸ ਕਰਕੇ ਜਿਹੜੇ ਪਾਲਿਸੀ ਮੇਕਰ ਨੇ ਜਾਂ ਜਿਹੜੇ ਲੀਡਰਸ ਨੇ ਇਸ ਏਰੀਆ ਦੇ ਵਿੱਚ, ਉਹਨਾਂ ਨੂੰ ਆ ਕੇ ਪਹਿਲਾਂ ਆਪ ਅੱਗੇ ਆ ਕੇ ਕੌਨਫੀਡੈਂਸ ਕ੍ਰੀਏਟ ਕਰਨ ਵਾਸਤੇ ਆਪਣੇ ਆਪ ਨੂੰ ਇੰਜੈਕਸ਼ਨ ਲਵਾਉਣੇ ਚਾਹੀਦੇ ਨੇ ਪਹਿਲਾਂ। ਜਿਹੜੇ ਹੈਲਥ ਅਫੀਸ਼ੀਅਲਸ ਨੇ ਜਾਂ ਜਿਹੜੇ ਮਿਨਿਸਟਰਸ ਨੇ ਜਾਂ ਜਿਹੜੇ ਅੱਗੇ ਕੰਮ ਕਰਦੇ ਪਏ ਨੇ, ਦੇ ਸ਼ੁੱਡ ਬਿਲਕੁਲ। ਜਿਵੇਂ ਹੁਣ ਅਮਰੀਕਾ ਦੇ ਵਿੱਚ ਜਿੱਦਾਂ ਸਾਡੇ ਜਿਹੜੇ ਨਵੇਂ ਚੁਣੇ ਗਏ ਰਾਸ਼ਟਰਪਤੀ ਹੈਗੇ ਆ ਜੋ ਬਾਈਡਨ, ਉਹਨਾਂ ਨੇ ਨਾਲ ਬਰਾਕ ਓਬਾਮਾ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਵੀਡੀਓ ਵੀ ਬਣਵਾਵਾਂਗੇ ਤਾਂ ਕਿ ਲੋਕਾਂ 'ਚ ਕੌਨਫੀਡੈਂਸ ਆਵੇ, ਕਿ ਉਹਨਾਂ 'ਚ ਕੌਨਫੀਡੈਂਸ ਹੋਵੇ ਕਿ ਇਹ ਵਧੀਆ ਹੈਗਾ, ਸਾਡੇ ਲੀਡਰਸ ਲਗਵਾ ਰਹੇ ਆ, ਸਾਨੂੰ ਲਗਵਾਉਣਾ ਚਾਹੀਦਾ। ਹੁਣ ਡਾਕਟਰ ਸਾਹਿਬ, ਇੱਕ ਵਾਰੀ ਇੰਜੈਕਸ਼ਨ ਲੱਗ ਗਿਆ ਸਾਨੂੰ, ਕਿੰਨੇ ਟਾਈਮ ਬਾਅਦ ਦੁਬਾਰਾ ਇੰਜੈਕਸ਼ਨ ਲੱਗੂਗਾ? ਤੇ ਇਮਿਊਨਿਟੀ ਦਾ ਹਰ ਕੋਈ ਕੁਐਸਚਨ ਪੁੱਛਦਾ ਹੈ ਕਿ ਇਮਿਊਨਿਟੀ ਕਿੰਨਾ ਟਾਈਮ ਤੱਕ ਬਣੀ ਰਹੇਗੀ? ਦੇਖੋ, ਦਿਸ ਇਜ਼ ਪ੍ਰੋਬਬਲੀ ਦ ਮੋਸਟ ਇੰਪੋਰਟੈਂਟ ਕੁਐਸਚਨ, ਕਿਉਂਕਿ ਪਤਾ ਕੀ ਹੋ ਰਿਹਾ, ਸਾਰਿਆਂ ਦੇ ਮਨ 'ਚ ਹੈਗਾ ਕਿ ਸਪੋਜ਼ ਵੀ ਆਪਾਂ ਜਿਸ ਤਰ੍ਹਾਂ ਵੈਕਸੀਨੇਸ਼ਨ ਦੀ ਨਾ ਬੈਕਗਰਾਊਂਡ ਦੇ ਲੈ ਲਈਏ ਕਿ ਆਪਾਂ ਜੇ ਸਮਾਲ ਪੌਕਸ ਐਰੈਡੀਕੇਟ ਕੀਤਾ, ਚਿਕਨ ਪੌਕਸ ਨੂੰ ਕੰਟਰੋਲ ਕੀਤਾ, ਮੀਜ਼ਲ, ਮੰਪਸ, ਰੁਬੈਲਾ, ਟੈਟਨਸ, ਆਪਾਂ ਹੈਪੇਟਾਈਟਸ, ਮੈਨਿੰਜਾਈਟਿਸ, ਉਹ ਸਾਰੇ ਇੰਜੈਕਸ਼ਨਾਂ ਦਾ ਇੱਕ ਸਕੈਜੂਲ ਹੈ। ਉਹਦੇ ਵਿੱਚ ਜਿਹੜੀਆਂ ਡੋਜ਼ਸ ਨੇ, ਆਪਾਂ ਕਈ ਨੂੰ 2 ਡੋਜ਼, ਕਈਆਂ ਨੂੰ 3, ਕਈਆਂ ਨੂੰ ਓਵਰ ਏ ਪੀਰੀਅਡ ਆਫ 4 ਈਅਰ ਸਪਰੈਡ ਕਰਦੇ ਨੇ, ਕਈ ਡੋਜ਼ਸ ਐਵਰੀ 10 ਈਅਰ ਲਾਉਣੀਆਂ ਪੈਂਦੀਆਂ ਨੇ, ਕਈ ਡੋਜ਼ਸ ਐਵਰੀ ਸੇ 5 ਈਅਰ। ਉਹਦਾ ਕਾਰਨ ਹੈ ਕਿ ਜਿਹੜੇ ਉਹ ਵੈਕਸੀਨੇਸ਼ਨ ਨੇ ਉਹ ਬਾਡੀ ਵਿੱਚ ਜਾ ਕੇ ਜਿਹੜਾ ਐਂਟੀਜਨ ਜਾਂ ਜਿਹੜਾ ਰਿਸਪੌਂਸ ਜਿਹੜਾ ਉਹਨਾਂ ਦੇ ਰਿਸਪੌਂਸ ਦੇ ਵਿੱਚ ਇਨਫੈਕਸ਼ਨ ਨੂੰ ਕੰਟਰੋਲ ਕਰਨ ਵਾਸਤੇ ਜਿਸ ਤਰੀਕੇ ਨਾਲ ਸਾਡੀ ਬਾਡੀ ਰਿਐਕਟ ਕਰਦੀ ਹੈ, ਉਹਦੀ ਜਿਹੜੀ ਲੌਂਗਜੈਵਿਟੀ ਹੈ ਉਹਦੇ 'ਤੇ ਡਿਪੈਂਡ ਕਰਦਾ ਵੀ ਕਿੰਨੀ ਵਾਰੀ ਵੈਕਸੀਨੇਸ਼ਨ ਤੁਹਾਨੂੰ ਲਾਉਣਾ ਪੈਣਾ। ਅਰਲੀ ਸਟੇਜ ਦੇ ਵਿੱਚ ਜਿਹੜੀ ਇੰਡੀਕੇਸ਼ਨਸ ਆ ਰਹੀਆਂ ਸਾਰੀਆਂ ਕਿ ਪਹਿਲਾ ਇੰਜੈਕਸ਼ਨ ਲਾਉਣਾ, ਉਸ ਤੋਂ ਬਾਅਦ 28 ਡੇਜ਼ ਦੇ ਬਾਅਦ ਸੈਕੰਡ ਡੋਜ਼ ਲੱਗਣੀ ਹੈ, ਉਹਦੀ ਇਫੈਕਟਿਵਨੈਸ ਕਿੰਨੀ ਦੇਰ ਤੇ, ਇਹ ਬੜਾ ਵੱਡਾ ਸਵਾਲ ਹੈ। ਇਹਦਾ ਕੋਈ ਕਿਸੇ ਕੋਲ ਜਵਾਬ ਨਹੀਂ, ਕਿਉਂਕਿ ਜਿਹੜਾ ਕੋਈ ਜਵਾਬ ਦੇਣ ਦੀ ਇਹਨੂੰ ਟਰਾਈ ਕਰੇਗਾ ਉਹ ਮੈਨੂਪੂਲੇਸ਼ਨ ਜੀ ਹੋ ਜਾਣੀ, ਉਹ ਗੱਲ ਠੀਕ ਨਹੀਂ ਹੈ, ਕਿਉਂਕਿ ਪਤਾ ਨਹੀਂ ਕਿਸੇ ਨੂੰ। ਪਲੱਸ ਦੇਖੋ, ਇਹਦੇ ਵਿੱਚ 2 ਗੱਲਾਂ ਇੰਪੋਰਟੈਂਟ ਨੇ ਸਾਡੇ ਪ੍ਰੋਗਰਾਮ ਦੇਖਣ ਵਾਲਿਆਂ ਵਾਸਤੇ ਕਿ ਵੈਕਸੀਨੇਸ਼ਨ ਦੇ ਕਰ ਜਿਹੜੀ ਤੁਹਾਡੀ ਇਮਿਊਨਿਟੀ ਬਣਨੀ ਹੈ, ਪਲੱਸ ਜਿਨ੍ਹਾਂ ਨੂੰ ਆਲਰੇਡੀ ਇਨਫੈਕਸ਼ਨ ਹੋਈ ਹੈ ਉਹਨਾਂ ਦੀ ਬਾਡੀ ਵਿੱਚ ਜਿਹੜੀ ਇਮਿਊਨਿਟੀ ਬਣਨੀ ਹੈ, ਇਹ ਵੀ ਨਹੀਂ ਪਤਾ ਵੀ ਉਹ ਕਿੰਨੀ ਦੇਰ ਤੱਕ ਲਾਸਟ ਕਰਨੀ ਹੈ। ਉਹਨਾਂ ਨੂੰ ਇੰਜੈਕਸ਼ਨ ਲਵਾਉਣ ਦੀ ਜ਼ਰੂਰਤ ਹੈ ਕਿ ਨਹੀਂ ਹੈ, ਉਹਨਾਂ ਨੂੰ ਕਿੰਨੇ ਇੰਜੈਕਸ਼ਨ ਲੱਗਣੇ ਨੇ, 1 ਲੱਗਣੇ, 2 ਲੱਗਣੇ ਨੇ। ਸੋ ਜਿਹੜਾ ਸਾਰਾ ਪ੍ਰੋਟੋਕਾਲ ਆਏਗਾ ਉਹਨੂੰ ਫਾਲੋ ਕਰਨਾ ਚਾਹੀਦਾ, ਉਹਨੂੰ ਵੇਖਣਾ ਚਾਹੀਦਾ। ਪਰ ਜਿਹੜੀ ਇਸ ਟਾਈਮ ਦੇ ਵਿੱਚ ਸਾਨੂੰ ਚਾਹੀਦਾ ਫੋਕਸ ਕਰੀਏ ਕਿ ਅਸੀਂ ਜਦੋਂ ਵੈਕਸੀਨੇਸ਼ਨ ਆ ਗਿਆ, ਤੁਸੀਂ ਵੈਕਸੀਨੇਸ਼ਨ ਲਵਾਓ ਤੇ ਉਹਦੇ ਨਾਲ ਜਿਹੜੀ ਆਪਣੀ ਪ੍ਰੋਟੈਕਸ਼ਨ ਕਰੋ, ਤੇ ਜਿਹੜੀ ਤੁਹਾਨੂੰ ਅਲਟੀਮੇਟਲੀ ਦ ਬੈਸਟ ਤੁਹਾਡਾ ਸੋਰਸ ਆਫ ਜਿਹੜਾ ਹੁੰਦਾ ਨਾ ਇਨਫੋਰਮੇਸ਼ਨ ਤੁਹਾਡਾ ਹੈਗਾ ਆਪਣਾ ਪ੍ਰਾਇਮਰੀ ਕੇਅਰ ਡਾਕਟਰ, ਤੁਹਾਡਾ ਫੈਮਿਲੀ ਡਾਕਟਰ, ਉਹਨਾਂ ਨਾਲ ਗੱਲ ਕਰੋ। ਜੇ ਤੁਹਾਨੂੰ ਕੋਈ ਸ਼ੱਕ ਹੈ, ਜੇ ਤੁਹਾਨੂੰ ਕੋਈ ਐਲਰਜੀਜ਼ ਨੇ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਜਾਂ ਤੁਹਾਨੂੰ ਕਿਸੇ ਨੂੰ ਬੈਡ ਐਕਸਪੀਰੀਅੰਸ ਹੋਇਆ, ਜਦ ਇਹ ਨਹੀਂ ਜ਼ਰੂਰੀ ਵੀ ਇੱਕ ਨੂੰ ਬੈਡ ਐਕਸਪੀਰੀਅੰਸ ਤੇ ਸਾਰਿਆਂ ਨੂੰ ਹੋਣਾ। ਸੋ ਦੁਨੀਆ ਦੇ ਵਿੱਚ 8.4 ਬਿਲੀਅਨ ਲੋਕ ਨੇ, ਸਾਰਿਆਂ ਨੇ ਇੰਜੈਕਸ਼ਨ ਲਵਾਉਣਾ। ਸੋ ਗੱਲ ਆ ਰਹੀ ਹੈ ਅਲਟੀਮੇਟਲੀ ਕਿ ਲੋਕੀ ਕਈ ਤੇ ਲਾਈਨ 'ਚ ਖੜੇ ਨੇ, ਕਈ ਤੇ ਵਾਰੀ ਕਹਿੰਦੇ ਨੇ ਸਾਡੀ ਬਹੁਤ ਜਲਦੀ ਵਾਰੀ ਆਏ, ਤੇ ਕਈ ਜਿਹੜੇ ਨਾ ਸਵਾਲ ਖੜੇ ਕਰਦੇ ਪਏ ਨੇ। ਜਿਹੜੇ ਸਵਾਲ ਖੜੇ ਕਰਨ ਵਾਲੇ ਉਹਨਾਂ ਦਾ ਵੀ ਲੈਜੀਟੀਮੇਟ ਕੁਐਸਚਨ ਨੇ, ਕਿਉਂਕਿ ਜਿੰਨੀ ਦੇਰ ਤੱਕ ਉਹਨਾਂ ਦੇ ਮਨ ਦੇ ਵਿੱਚੋਂ ਸਵਾਲ ਕਲੀਅਰ ਨਹੀਂ ਹੁੰਦੇ ਉਨੀ ਦੇਰ ਤੱਕ ਪ੍ਰੋਬਲਮ ਹੋਣੀ। ਪਰ ਉਹਨਾਂ ਦੇ ਵੀ ਰਿਸਪੌਂਸਿਬਿਲਿਟੀ ਹੈਗੀ ਹੈ, ਕਿਉਂਕਿ ਇਹ ਜਿਹੜੀ ਡਿਜ਼ੀਜ਼ ਹੈ, ਇੱਕ ਤਾਂ ਹੈ ਨਹੀਂ ਤੁਸੀਂ ਘਰ 'ਚ ਰਹਿਣਾ,
ਇਹ ਤੁਸੀਂ ਆਪਣਾ ਬਬਲ ਤੇ ਸਾਰੀ ਉਮਰ ਕ੍ਰੀਏਟ ਨਹੀਂ ਕਰ ਸਕਦੇ। ਇਹ ਤੁਸੀਂ ਜਿੱਥੇ ਜਾਣਾ ਤੁਹਾਡੇ ਆਲੇ ਦੁਆਲੇ ਵੀ ਕਵਰ ਹੋਏ, ਮਾਸਕ ਵੀ ਲਾਓ, ਤੁਸੀਂ ਆਪਣੇ ਕੋਈ ਸਪੈਸ਼ਲ ਇਕਵਿਪਮੈਂਟ ਤਿਆਰ ਕਰ ਲਓ ਤੇ ਹਰ ਤੁਹਾਨੂੰ ਕੰਮ ਤੇ ਕਰਨਾ ਪੈਣਾ। ਸੋ ਯੂ ਹੈਵ ਟੂ ਬੀ ਰਿਸਪੌਂਸਿਬਲ ਵੀ ਬਾਕੀ ਲੋਕ ਜਿਹੜੇ ਨੇ ਉਹਨਾਂ ਦੇ ਵਾਸਤੇ ਜਿਹੜੇ ਤੁਹਾਡੀਆਂ ਰਾਈਟਸ ਨੇ ਦੂਜਿਆਂ ਤੇ ਜੇ ਇਨਫਰੈਂਚ ਕਰਦੀਆਂ ਪਈਆਂ, ਦੂਜਿਆਂ ਨੂੰ ਨੁਕਸਾਨ ਕਰਦੀਆਂ, ਤੁਹਾਨੂੰ ਵਾਚ ਕਰਨਾ ਪੈਣਾ। ਇਸੇ ਕਰਕੇ ਸ਼ੁਰੂ ਦੇ ਵਿੱਚ ਜਿਹੜੇ ਮਾਸਕ ਸੀ ਸਾਰਿਆਂ ਨੇ ਕਿ ਕਈਆਂ ਨੇ ਕਿਹਾ ਵੀ ਅਸੀਂ ਮਾਸਕ ਨਹੀਂ ਲਾਣੇ, ਕਈਆਂ ਨੇ ਡੈਮੋਨਸਟ੍ਰੇਸ਼ਨ ਕੀਤਾ, ਕਈ ਜਗ੍ਹਾ ਦੇ ਲੋਕਾਂ ਨੇ ਮੇਰੇ ਖਿਆਲ 'ਚ ਨਾ ਆਪਣੀ ਓਪੀਨੀਅਨ ਹੈ, ਮੇਰੀ ਓਪੀਨੀਅਨ ਹੈ ਐਜ਼ ਅ ਫਿਜ਼ੀਸ਼ੀਅਨ ਮੈਂ ਕਹਿ ਸਕਦਾ ਕਿ ਮਾਸਕ ਲਾਉਣਾ ਇੰਪੋਰਟੈਂਟ ਹੈ, ਹੱਥ ਸਾਫ਼ ਕਰਨੇ ਇੰਪੋਰਟੈਂਟ ਨੇ, ਫਿਜ਼ੀਕਲ ਡਿਸਟੈਂਸ ਰੱਖਣਾ ਇੰਪੋਰਟੈਂਟ ਨੇ। ਆਹ ਜਿਹੜੀਆਂ ਕੰਬੀਨੇਸ਼ਨ ਨੇ ਜਿਹੜੀਆਂ ਪ੍ਰਾਇਮਰੀ ਗੱਲਾਂ ਕਰਦੇ ਆ ਪਲੱਸ ਵੈਕਸੀਨੇਸ਼ਨ ਪਲੱਸ ਜਿਹੜਾ ਨਾ ਆਪਾਂ ਨੂੰ ਇਸ ਚੀਜ਼ ਨੂੰ ਵਾਚ ਕਰਨਾ ਪੈਣਾ, ਇਹ ਤਿੰਨੇ ਕੰਮ ਕਰ ਹੋਣਗੇ ਤਾਂ ਇਹਦੀ ਰੋਕਥਾਮ ਹੋਣੀ ਹੈ। ਸੈਕੰਡ, ਜਿੰਨੀ ਦੇਰ ਤੱਕ ਇਮਿਊਨਿਟੀ ਜੀ ਸਪੋਜ਼ ਵੀ ਆਪਾਂ ਜਨਵਰੀ ਵਿੱਚ ਇੰਜੈਕਸ਼ਨ ਸ਼ੁਰੂ ਕਰਨੇ ਆ, ਜੇ ਜਨਵਰੀ ਦੇ ਸੇ ਪਹਿਲੇ ਵੀਕ ਦੇ ਸੇ 7 ਜਨਵਰੀ ਨੂੰ ਇੰਜੈਕਸ਼ਨ ਤੁਸੀਂ ਪਹਿਲਾਂ ਲਵਾਇਆ, ਅਗਲਾ ਲੱਗਣਾ ਤੁਹਾਡਾ 7 ਫਰਵਰੀ ਨੂੰ। ਸੋ ਤੁਹਾਨੂੰ ਉਸ ਤੋਂ ਬਾਅਦ ਜਿਹੜੀ ਉਹਦੀ ਇਮਿਊਨਿਟੀ ਹੋ ਸਕਦਾ 2 ਮਹੀਨੇ 3 ਮਹੀਨਿਆਂ ਤੋਂ ਬਾਅਦ ਪਤਾ ਲੱਗੇ, ਪਰ ਇਸੇ ਟਾਈਮ ਦੇ ਦੌਰਾਨ ਜਿੰਨਿਆਂ ਨੂੰ ਇੰਜੈਕਸ਼ਨ ਜ਼ਿਆਦਾ ਲਵਾਵਾਂਗੇ ਉਨਾ ਹੀ ਫਾਇਦਾ। ਅਦਰਵਾਈਜ਼ ਜੇ ਥੋੜੀ ਜਿਹੀ ਪਰਸੈਂਟੇਜ ਨੂੰ ਹੋਇਆ ਤੇ ਫਿਰ ਸਪਰੈਡ ਹੋਣੀ ਹੈ ਪ੍ਰੋਬਲਮ। ਸੋ ਇਹ ਕੰਬੀਨੇਸ਼ਨ ਕ੍ਰੀਏਟ ਕਰਨਾ ਪੈਣਾ। ਇਹਦਾ ਮਤਲਬ ਹੈ ਕਿ ਇੰਡੀਵਿਜੂਅਲ ਇਮਿਊਨਿਟੀ ਬਣਾਉਣੀ ਪੈਣੀ ਹੈ, ਹਰਡ ਇਮਿਊਨਿਟੀ ਬਣਾਉਣੀ ਪੈਣੀ ਹੈ। ਸੋ ਜਿਹੜਾ ਸਾਈਕਲ ਨੂੰ ਸਟਾਪ ਕਰਨ ਵਾਸਤੇ ਇਹ ਕੰਮ ਕਰਨਾ ਪੈਣਾ, ਕਿਉਂਕਿ ਜਿਹੜਾ ਇੱਕ ਇਨਸਾਨ ਹੈ ਜਿਹਨੂੰ ਇਹ ਕੋਵਿਡ-19 ਹੁੰਦਾ ਉਹ ਅੱਗੋਂ 2.5 ਨੂੰ ਸਪਰੈਡ ਕਰਦਾ। ਉਹ ਸਮਝ ਲਓ ਵੀ 2.5 ਨੇ ਅੱਗੇ ਕਿੱਥੇ ਜਾਣਾ, ਮਹੀਨੇ ਵਿੱਚ ਨੰਬਰ ਕਿੰਨੇ ਵੱਧਦੇ ਨੇ। ਇਸੇ ਕਰਕੇ ਸਰੀ ਦੇ ਵਿੱਚ ਨੰਬਰ ਵੱਧਦੇ ਪਏ ਨੇ, ਬੜੇ ਜ਼ੋਰ ਨਾਲ ਵਧੇ ਨੇ ਨੰਬਰ। ਉਹਦੇ ਵਿੱਚੋਂ ਪਹਿਲਾਂ ਪਿਛਲੇ ਪ੍ਰੋਗਰਾਮ 'ਚ ਵੀ ਯੂ ਆਸਕਡ ਮੀ ਅ ਕੁਐਸਚਨ ਵੀ ਆਪਣੇ ਨੰਬਰ ਕਿਉਂ ਵੱਧਦੇ ਪਏ ਨੇ, ਬਿਕਾਜ਼ ਆਪਣੇ ਘਰਾਂ ਦੇ ਵਿੱਚ ਡੈਂਸਿਟੀ ਜ਼ਿਆਦਾ, ਆਪਣੇ ਘਰਾਂ ਵਿੱਚ ਲੋਕ ਜ਼ਿਆਦਾ ਨੇ, 3 ਜਨਰੇਸ਼ਨ ਰਹਿ ਰਹੀਆਂ। ਸੋ ਜਿਹੜਾ 6 ਦਾ ਫਾਰਮੂਲਾ ਉਹ ਤੇ ਕੰਮ ਹੀ ਨਹੀਂ ਕਰਦਾ। ਸੋ ਇਸ ਕਰਕੇ ਜਿਹੜਾ ਨਾ ਸੋ ਮੈਂ ਸਮਝਦਾ ਵੀ ਇਹ ਗੱਲਾਂ ਸਾਰੀਆਂ ਲੋਕਾਂ ਵਾਸਤੇ ਬੜੀਆਂ ਇੰਪੋਰਟੈਂਟ ਨੇ। ਇਨਫੋਰਮੇਸ਼ਨ ਲੈਣੀ ਬੜੀ ਇੰਪੋਰਟੈਂਟ ਹੈ, ਬਟ ਅਗੇਨ ਗੱਲ ਕਰਾਂਗਾ ਕਿ ਜਿਹੜੀ ਇਨਫੋਰਮੇਸ਼ਨ ਆਪਾਂ ਲੈ ਰਹੇ ਹਾਂ ਹੈਲਥ ਬੇਸ, ਇਹਦੀ ਕੋਈ ਅਥੈਂਟਿਕ ਸਾਈਟ ਤੇ ਜਾਓ ਜਿਹੜੀ ਪ੍ਰੂਵਨ ਹੈ, WHO ਕੈਨੇਡਾ ਹੈਲਥ ਦੀ ਜਾਓ, ਤੁਸੀਂ ਆਪਣਾ UK ਦਾ ਹੈਲਥ ਸਿਸਟਮ ਚਲੇ ਜਾਓ, USA ਵਿੱਚ CDC ਦੇ ਦੇਖ ਲਓ, BC ਦੀ CDC ਦੇ ਦੇਖ ਲਓ, BC ਦੀ ਹੈਲਥ ਮਿਨਿਸਟਰੀ ਦੇ ਅੰਡਰ ਹਰ ਚੀਜ਼ ਐਕਸਪਲੇਨ ਕੀਤੀ ਹੈ ਪ੍ਰੋਪਰਲੀ, ਹਰ ਰੋਜ਼ ਤੇ ਐਕਸਪਲੇਨ ਕਰਦੇ ਪਏ ਨੇ। ਸੋ ਆਪਾਂ ਨੂੰ ਉਹਨਾਂ ਨੂੰ ਫਾਲੋ ਕਰਨਾ ਬੜਾ ਇੰਪੋਰਟੈਂਟ ਹੈ। ਕਿੰਤੂ ਪਰੰਤੂ ਕਰਾਂਗੇ ਤੇ ਆਪਣੇ ਆਪ ਨੂੰ ਨੁਕਸਾਨ ਕਰਾਂਗੇ। ਡਾਕਟਰ ਸਾਹਿਬ ਜਿੱਦਾਂ ਪ੍ਰੋਸੈਸ ਦੀ ਅਸੀਂ ਗੱਲ ਕਰ ਰਹੇ ਹੈਗੇ, ਤੁਸੀਂ ਵੀ ਮੈਂਸ਼ਨ ਕੀਤਾ ਕਿ ਪਹਿਲਾਂ ਸਾਨੂੰ ਇੱਕ ਇੰਜੈਕਸ਼ਨ ਲੱਗਣਾ, ਫਿਰ ਦੂਜਾ ਵੈਕਸੀਨੇਸ਼ਨ ਵਾਸਤੇ ਦੂਜਾ ਇੰਜੈਕਸ਼ਨ ਲੱਗੂਗਾ, ਫਿਰ ਉਸ ਤੋਂ ਬਾਅਦ ਦੇਖਿਆ ਜਾਊਗਾ ਕਿ ਕਿੰਨੀ ਇਮਿਊਨਿਟੀ ਬਣਦੀ ਹੈ। ਹੁਣ ਪ੍ਰੋਸੈਸ ਦੇ ਨਾਲ ਜਿਹੜੀਆਂ ਪਾਬੰਦੀਆਂ ਲੱਗੀਆਂ ਸਾਨੂੰ, ਰਿਸਟ੍ਰਿਕਸ਼ਨਸ ਹੈਗੀਆਂ ਨੇ, ਉਹ ਨਾਲ ਚੱਲਦੀਆਂ ਰਹਿਣਗੀਆਂ, ਕਿਉਂਕਿ ਕਿਸੇ ਨੂੰ ਤਾਂ ਜਿਵੇਂ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਰਹਿ ਰਹੇ ਨੇ ਜਾਂ ਜਿਹੜੇ ਹਸਪੀਟਲ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਜਨਵਰੀ ਦੇ ਵਿੱਚ ਜਿਹੜੀ ਸ਼ੁਰੂ ਹੋ ਜਾਣੀ ਹੈ ਵੈਕਸੀਨ ਲੱਗਣੀ, ਪਰ ਅਸੀਂ ਸਾਡੇ ਤੁਹਾਡੇ ਵਰਗੇ ਜਿਹੜੇ ਨਾਰਮਲ ਪਰਸਨ ਹੈਗੇ ਆ ਉਹਨਾਂ ਨੂੰ ਲੱਗਣੀ ਹੈ ਜਾ ਕੇ ਸੈਪਟੈਂਬਰ ਤੱਕ। ਹੁਣ ਸਾਰਿਆਂ ਨੂੰ ਆਈਸੋਲੇਟ ਕਰਨਾ ਪਊਗਾ ਜਾਂ ਸਾਰਿਆਂ ਨੂੰ ਇੱਕ ਦੂਜੇ ਤੋਂ ਇਸ ਤਰ੍ਹਾਂ ਹੀ ਲੱਗ ਰਹਿਣਾ ਪਊਗਾ, ਕਿਉਂਕਿ ਕੇਸ ਜਿਹੜੇ ਵੱਧ ਰਹੇ ਨੇ ਉਹ ਇਸੇ ਖੁਸ਼ੀ 'ਚ ਹੈ ਕਿ ਵੈਕਸੀਨ ਆ ਜਾਣੀ ਹੈ, ਹੁਣ ਕੁਝ ਨਹੀਂ ਹੋਣ ਵਾਲਾ। ਦੇਖੋ ਪਹਿਲੀ ਗੱਲ ਤੇ ਕਿ ਬੇਸਿਕ ਗੱਲ ਸਮਝਣੀ ਚਾਹੀਦੀ ਸਾਰਿਆਂ ਵਾਸਤੇ ਕਿ ਜਿਹੜਾ ਵੈਕਸੀਨੇਸ਼ਨ ਨੇ ਉਹਦੀ ਇਫੈਕਟਿਵਨੈਸ ਉਹ ਕਹਿ ਰਹੇ ਨੇ ਵੀ 90% ਜਿਹੜਾ ਬਣਾਈ ਹੈ, ਜਿਹੜੀਆਂ ਏਜੰਸੀ ਨੇ ਉਹਨਾਂ ਨੇ ਅਪਰੂਵ ਕੀਤਾ। ਜਦੋਂ ਇਹਦੀ ਐਫੀਕੇਸੀ ਜਦੋਂ ਸਿਸਟਮ ਵਿੱਚ ਆਉਣਾ, ਜਦੋਂ ਬਾਹਰ ਆ ਕੇ ਪਬਲਿਕ ਦੇ ਵਿੱਚ ਯੂਜ਼ ਕਰਨੇ ਨੇ ਇੰਜੈਕਸ਼ਨ, ਉਸ ਤੋਂ ਬਾਅਦ ਜਿਹੜੀ ਇਹਦੀ ਜਿਸ ਹਿਸਾਬ ਨਾਲ ਇਹਦਾ ਕੰਟਰੋਲ ਹੋਣਾ ਉਹ ਅਜੇ ਟਾਈਮ ਕਿਸੇ ਨੂੰ ਨਹੀਂ ਪਤਾ। ਬਾਕੀ ਗੱਲ ਤੇ ਆ ਕਿ ਜੇ ਆਪਾਂ ਰਿਸਟ੍ਰਿਕਸ਼ਨਸ ਨੂੰ ਨਾ ਫੋਲੋ ਕਰਾਂਗੇ ਇਹ ਪ੍ਰੋਬਲਮ ਵਧਣੀ ਹੈ, ਕਿਉਂਕਿ ਤੁਸੀਂ ਐਟ ਏ ਟਾਈਮ ਮਿਲੀਅਨਸ ਆਫ ਲੋਕਾਂ ਨੂੰ ਤੇ ਕਰ ਨਹੀਂ ਸਕਦੇ ਵੈਕਸੀਨੇਸ਼ਨ। ਸੋ ਤੁਹਾਨੂੰ ਜਿਹੜੇ ਨੇ ਚੁਣਨੇ ਪੈਣੇ ਨੇ ਪਹਿਲਾਂ ਵੀ ਪਹਿਲੇ ਕਿਹੜੇ ਨੇ, ਫॉर ਐਗਜ਼ਾਮਪਲ ਹੈਲਥ ਕੇਅਰ ਪ੍ਰੋਵਾਈਡਰਸ ਜਾਂ ਸੀਨੀਅਰ ਕੇਅਰ ਹੋਮ ਦੇ ਵਿੱਚ ਜਿਹੜੇ ਨੇ, ਜਾਂ ਜਿਹੜੇ ਆਲਰੇਡੀ ਜਿਨ੍ਹਾਂ ਦਾ ਹੈਲਥ ਸਿਸਟਮ ਕੰਪਰੋਮਾਈਜ਼ ਹੈ, ਉਸ ਸਿਸਟਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਾਨੂੰ ਵੀ ਡਾਇਰੈਕਸ਼ਨ ਆਉਣੀਆਂ ਨੇ ਵੀ ਤੁਸੀਂ ਆਪਣੇ ਆਫਿਸ ਵਿੱਚ ਕਿਹਨੂੰ ਲਾਣਾ, ਕਿੰਨੇ ਤੁਹਾਨੂੰ ਸਪਲਾਈ ਆਉਣੀ ਹੈ, ਉਹਦੇ ਬਾਰੇ ਕਿਸੇ ਨੂੰ ਕੋਈ ਨਹੀਂ ਪਤਾ ਇਸ ਸਟੇਜ ਤੇ। ਇਸ ਨਾਲ ਵੈਰੀ ਕਲੀਅਰ, ਕਿਉਂਕਿ ਕਲੀਅਰ ਉਹ ਤਾਂ ਕਰਨਗੇ ਜਦੋਂ ਉਹਨਾਂ ਕੋਲ ਆਪ ਕੁਝ ਪਤਾ ਹੋਏਗਾ, ਅਜੇ ਤੇ ਉਹਨਾਂ ਨੂੰ ਨਹੀਂ ਪਤਾ ਵੀ ਕਿੰਨੀਆਂ ਕਦੋਂ ਉਹਨਾਂ ਕੋਲ ਡੋਜ਼ ਹੋਣੀ ਹੈ। ਸੋ ਇਹ ਤਰੀਕਾ ਜਿਹੜਾ ਨਾ ਸੇਮ ਪ੍ਰਿੰਸੀਪਲ ਅਪਲਾਈ ਕਰਦਾ ਫਲੂ ਸ਼ਾਟ ਲਈ। ਫਲੂ ਸ਼ਾਟ ਵੀ ਤਾਂ ਲੋਕ ਲਵਾਉਂਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਹੈਲਥ ਕੇਅਰ ਦੀਆਂ ਜਿਹੜੀਆਂ ਕਲੀਨਿਕਸ ਨੇ ਉੱਥੇ ਇਮਿਊਨਾਈਜੇਸ਼ਨ BC ਵਿੱਚ ਉੱਥੇ ਵੀ ਲੋਕ ਲਵਾਉਂਦੇ ਨੇ, ਆਪਣੇ ਫੈਮਿਲੀ ਮੈਡੀਸਨ ਕੋਲ ਵੀ ਜਾਂਦੇ ਨੇ, ਆਪਣੇ ਫੈਮਿਲੀ ਡਾਕਟਰ ਕੋਲ ਵੀ। ਸੋ ਮੈਨੀ ਆਪਸ਼ਨਸ ਨੇ ਤੇ ਮੈਂ ਆਈ ਫੀਲ ਵੈਰੀ ਸਟਰੋਂਗਲੀ ਕਿ ਹੋ ਸਕਦਾ ਵੀ ਇਹ ਸਿਸਟਮ ਇਹੋ ਜਿਹਾ ਕ੍ਰੀਏਟ ਕਰਨ ਵੀ ਤੁਸੀਂ ਇਹ ਮੈਸ ਨੂੰ ਵੈਕਸੀਨੇਸ਼ਨ ਕਰਾਉਣ ਵਾਸਤੇ ਹੋ ਸਕਦਾ ਹਾਲ ਕਰ ਲਓ ਰੈਂਟ ਤੇ ਬੰਦੇ ਬਾਕੀ ਹਾਇਰ ਕਰਕੇ, ਜਾਂ ਨਰਸਿਸ ਜਾਂ ਡਾਕਟਰਸ ਜਾਂ ਨਰਸ ਪ੍ਰੈਕਟੀਸ਼ਨਰਸ ਜਾਂ ਹੋਰ ਵੀ ਜਿਹੜੇ ਇੰਜੈਕਸ਼ਨ ਦੇ ਸਕਦੇ ਨੇ
ਉਹ ਤੁਹਾਨੂੰ ਲਾਉਣੇ ਪੈਣ। ਮਿਲਟਰੀ ਵੀ ਆ ਰਹੀ ਹੈ, ਮਿਲਟਰੀ ਦੇ ਚੀਫ ਜਿਹੜੇ ਨੇ ਉਹ ਅਪਾਇੰਟ ਕੀਤੇ ਗਏ ਆ ਫੈਡਰਲ ਸਰਕਾਰ ਦੇ ਵੱਲੋਂ ਵੀ, ਤੇ ਜਿਹੜੀ ਪ੍ਰੋਵਿੰਸ਼ੀਅਲ ਸਰਕਾਰਾਂ ਹੈਗੀਆਂ ਉਹ ਵੀ ਕਰ ਰਹੀਆਂ। ਅਲਬਰਟਾ ਦੇ ਵਿੱਚ ਅਸੀਂ ਦੇਖਿਆ ਹੈਗਾ, ਓਨਟੇਰੀਓ ਦੇ ਵਿੱਚ ਅਸੀਂ ਦੇਖਿਆ ਹੈਗਾ, ਉੱਥੇ ਜਿਹੜੇ ਮਿਲਟਰੀ ਦੇ ਚੀਫ ਹੈਗੇ ਆ ਉਹ ਕਮਾਨ ਸੰਭਾਲ ਰਹੇ ਹੈਗੇ ਆ, ਉਹ ਵੀ ਡਿਸਟ੍ਰੀਬਿਊਸ਼ਨ ਦੇ ਵਿੱਚ ਸੰਭਾਲਣਗੇ। ਔਰ ਡਾਕਟਰ ਜੀ, ਮੈਂ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਮਾਸਕ, ਜਿਵੇਂ ਹੁਣ ਕਈ ਐਂਟੀ ਮਾਸਕ ਰੈਲੀਜ਼ ਵੀ ਕਰ ਰਹੇ ਹੈਗੇ ਨੇ, ਕਿਉਂਕਿ ਸਾਰਿਆਂ ਦੀ ਇੱਕੋ ਜਿਹੀ ਸੋਚ ਨਹੀਂ ਹੁੰਦੀ, ਕਈ ਡਰਦੇ ਹੈਗੇ, ਕਈਆਂ 'ਚ ਕੌਨਫੀਡੈਂਸ ਨਹੀਂ ਹੁੰਦਾ। ਕੀ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਆਰਗੇਨਾਈਜੇਸ਼ਨ ਇੱਦਾਂ ਦੀ ਹੋਵੇ ਜਿਹੜੀ ਮਾਸਕ ਦੇ ਨਾਲ ਜਿਵੇਂ ਮਾਸਕ ਮੈਂਡੇਟਰੀ ਹੈ ਉਵੇਂ ਵੈਕਸੀਨ ਵੀ ਮੈਂਡੇਟਰੀ ਕੀਤੀ ਜਾਵੇ, ਕਿਉਂਕਿ ਮੈਂਡੇਟਰੀ ਨਹੀਂ ਹੈਗੀ ਇਹ ਵੈਕਸੀਨ ਲਗਵਾਉਣੀ? ਦੇਖੋ, ਕੈਨੇਡਾ ਵਿੱਚ ਇਹ ਕੰਪਲਸਰੀ ਨਹੀਂ ਹੈਗਾ, ਇਹ ਤੁਹਾਡੀ ਮਰਜ਼ੀ ਹੈ ਜੀ, ਤੇ ਜਿਹੜਾ ਮਾਸਕ ਲਾਣਾ ਵੀ ਤੁਹਾਡੀ ਮਰਜ਼ੀ ਹੈ। ਪਰ ਤੁਸੀਂ ਇਹ ਵਿਚਾਰ ਕਰਨਾ ਵੀ ਜਿਹੜੀ ਤੁਹਾਡੀ ਮਰਜ਼ੀ ਹੈ ਕਿਸੇ ਹੋਰ ਨੂੰ ਖਰਾਬ ਕਰਦੀ ਵੀ, ਉਹ ਤੁਹਾਡੀ ਮਰਜ਼ੀ ਤਾਂ ਰਹਿਣੀ ਗਈ। ਫਿਰ ਤੁਸੀਂ ਬਾਕੀਆਂ ਦੀ ਜਿਹੜੀ ਹੈ ਨਾ ਸਿਕਿਉਰਿਟੀ ਵਾਸਤੇ ਤੁਸੀਂ ਪ੍ਰੋਬਲਮ ਕ੍ਰੀਏਟ ਕਰਦੇ ਪਏ ਹੋ, ਬਾਕੀਆਂ ਦੀ ਹੈਲਥ ਵਾਸਤੇ ਇਸ਼ੂ ਕ੍ਰੀਏਟ ਕਰਦੇ ਪਏ ਹੋ। ਟੋਟਲ ਇਕਨੋਮੀ ਸ਼ਟ ਡਾਊਨ ਹੋ ਗਈ ਹੈ, ਕੰਟਰੀ ਬੰਦ ਹੋਣ ਫਿਰਦੇ ਨੇ, ਤੇ ਜੇ ਆਪਾਂ ਇਹੋ ਕੁਝ ਕੀਤਾ ਤੇ ਫਿਰ ਤੇ ਗੱਲ ਨਹੀਂ ਬਣਨੀ। ਤੇ ਕਿਉਂਕਿ ਇਹ ਹੁੰਦਾ ਵੀ ਆਪਾਂ ਅਟੈਂਸ਼ਨ ਉਹਨਾਂ ਨੂੰ ਦੇਣੇ ਆ ਜਿਹੜੇ ਸਮਾਲ ਪਰਸੈਂਟੇਜ ਜਿਨ੍ਹਾਂ ਨੂੰ ਇਹ ਇਸ਼ੂ ਹੈਗਾ। ਪਰ ਆਪਾਂ ਦੇਖੋ ਮਿਲੀਅਨਸ ਆਫ ਬਾਕੀ ਲੋਕ ਨੇ, ਕਿੰਨੇ ਮੈਜੋਰਿਟੀ ਆਫ ਜਿਹੜੇ ਲੋਕ ਨੇ ਉਹ ਲਵਾਉਣਾ ਚਾਹੁੰਦੇ ਨੇ। ਸੋ ਆਈ ਥਿੰਕ ਓਵਰਆਲ ਇਨ ਦਾ ਲੌਂਗ ਰਨ ਇਹਦਾ ਫਾਇਦਾ ਹੀ ਹੋਣਾ। ਜਿਹੜਾ ਸਮਾਲ ਪਰਸੈਂਟੇਜ ਹੈ ਉਹਨਾਂ ਨੇ ਆਪਣੇ ਆਪ ਜਦੋਂ ਸਮਝ ਆਏਗੀ, ਉਹਨਾਂ ਨੂੰ ਹੋ ਸਕਦਾ ਵੀ ਉਹ ਸਮਝਦੇ ਹੋਣ ਵੀ ਸਾਨੂੰ ਜ਼ਿਆਦਾ ਇਸ ਚੀਜ਼ ਬਾਰੇ ਪਤਾ, ਉਹਨਾਂ ਨੂੰ ਵਾਇਰਸ ਬਾਰੇ ਸ਼ਾਇਦ ਨੌਲੇਜ ਬਾਕੀਆਂ ਨੂੰ ਜ਼ਿਆਦਾ ਹੋਣਾ, ਪਰ ਇਹ ਨਹੀਂ ਸਮਝਦੇ ਵੀ ਫਸਟ ਟਾਈਮ ਪਿਛਲੇ 100 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹੋ ਜਿਹਾ ਕੰਮ ਹੋਇਆ ਕਿ ਜਿਹੜੀ ਵਾਇਰਸ ਆ ਕੇ ਪਲੇਗ ਤੋਂ ਬਾਅਦ, ਤੇ ਇਹ ਪਹਿਲੀ ਵਾਰੀ ਇਹੋ ਜਿਹੀ ਗੱਲ ਹੋਈ ਹੈ ਕਿ ਜਿਹੜੀ ਵਾਇਰਸ ਇਸ ਹਿਸਾਬ ਦੇ ਨਾਲ ਸਾਰੀ ਦੁਨੀਆ ਵਿੱਚ 194 ਮੁਲਕਾਂ ਵਿੱਚ ਫੈਲੀ ਹੈ। ਇਹ ਕੋਈ ਵਰਗ ਨਹੀਂ ਛੱਡਿਆ, ਕੋਈ ਸ਼ਹਿਰ ਨਹੀਂ ਛੱਡਿਆ, ਕੋਈ ਪਿੰਡ, ਕੋਈ ਘਰ ਨਹੀਂ ਛੱਡਿਆ ਜਿਹਦੇ ਦਰਵਾਜ਼ੇ ਦੇ ਆਲੇ ਦੁਆਲੇ ਨਹੀਂ ਪਹੁੰਚੀ। ਸੋ ਇਹਦੇ ਵਿੱਚ ਤੇ ਕੋਈ ਕਿੰਤੂ ਪਰੰਤੂ ਕਰਨ ਵਾਲੀ ਤੇ ਕਿਸੇ ਨੂੰ ਕੋਈ ਗੱਲ ਬਣਦੀ ਨਹੀਂ, ਅਨਲੈਸ ਵੀ ਤੁਸੀਂ ਮਨ ਹੀ ਬਣਾ ਲਿਆ ਵੀ ਮੈਂ ਨਹੀਂ ਪਾਉਣਾ। ਕਈ ਲੋਕ ਕਹਿਣਗੇ ਵੀ ਮੈਂ ਸੀਟ ਬੈਲਟ ਨਹੀਂ ਪਾਉਣੀ, ਕਈ ਕਹਿਣਗੇ ਵੀ ਮੈਂ ਆਹ ਕੰਮ ਨਹੀਂ ਕਰਨਾ, ਮੈਂ ਉਹ ਕੰਮ ਨਹੀਂ ਕਰਨਾ, ਮੈਂ ਲਾਈਨ 'ਚ ਨਹੀਂ ਖੜੇ ਹੋਣਾ, ਮੈਂ ਕਿਸੇ ਦੀ ਗੱਲ ਨਹੀਂ ਸੁਣਨੀ। ਉਹ ਤੇ ਫਿਰ ਤੁਸੀਂ ਆਪਣੇ ਵਾਸਤੇ ਆਪਣਾ ਬਣਾਓ ਸੈਪਰੇਟ ਮੁਲਕ। 1 in a million ਇੱਦਾਂ ਦੇ ਲੋਕ ਹੁੰਦੇ ਨੇ, ਪਰ ਇੱਦਾਂ ਦੇ ਲੋਕਾਂ ਦਾ ਕੀ ਇਫੈਕਟ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ? ਕਿਉਂਕਿ ਅਸੀਂ ਜੇ ਚਾਹੁੰਦੇ ਹਾਂ ਕਿ ਸਾਡੀ ਇਕੋਨਮੀ, ਸਾਡੇ ਮੁਲਕ ਜਿਹੜੇ ਨੇ ਦੁਬਾਰਾ ਟਰੈਵਲਿੰਗ, ਸਾਰਾ ਕੁਝ ਦੁਬਾਰਾ ਤੋਂ ਸਹੀ ਸ਼ੁਰੂ ਹੋ ਜਾਏ, ਅਸੀਂ ਬੈਕ ਟੂ ਨਾਰਮਲ ਚੱਲ ਜਾਈਏ, ਕਿੰਨੇ ਕੁ ਸਾਲ ਲੱਗ ਸਕਦੇ ਹਨ? ਦੇਖੋ, ਇਹਨੂੰ 6 ਮਹੀਨੇ 9 ਮਹੀਨੇ ਤਾਂ ਮਾਮੂਲੀ ਗੱਲ ਹੈ, ਕਿਉਂਕਿ ਜਦੋਂ ਵੈਕਸੀਨੇਸ਼ਨ ਸ਼ੁਰੂ ਹੋਣਾ ਉਸ ਤੋਂ ਬਾਅਦ ਉਹਦੀ ਕਮਿਊਨਿਟੀ ਲੈਵਲ ਤੇ ਐਫੀਕੇਸੀ ਦੇਖਣੀ ਹੈ, ਉਹਦੀ ਸਪਰੈਡ ਆਫ ਇਨਫੈਕਸ਼ਨ ਦੇਖਣੀ ਹੈ, ਫਰਦਰ ਹੋ ਰਹੀ ਕਿ ਨਹੀਂ ਹੋ ਰਹੀ, ਉਹਦੀ ਰੋਕਥਾਮ ਕਿੰਨੀ ਕੁ ਹੋਈ ਹੈ, ਕਿਸ ਹਿਸਾਬ ਨਾਲ ਇੰਜੈਕਸ਼ਨ ਜਿਹੜੇ ਨੇ ਤੁਸੀਂ ਇਸ਼ੂ ਕਰਨੇ ਨੇ। ਇਹ ਤੇ ਲੰਬਾ ਸਮਾਂ ਹੈ, 6 ਮਹੀਨੇ 9 ਮਹੀਨੇ ਤੇ ਮਾਮੂਲੀ ਗੱਲ ਹੈ। ਸੋ ਇਸ ਚੀਜ਼ ਨੂੰ ਲੋਕਾਂ ਦੀ ਐਕਸਪੈਕਟੇਸ਼ਨ ਜਿਹੜੀਆਂ ਨਾ ਰੇਜ਼ ਕਰਨਾ ਕਿ ਫਟਾਫਟ ਇਹ ਸਾਰਾ ਕੁਝ ਠੀਕ ਹੋ ਜਾਣਾ, ਇਹ ਕੰਮ ਨਹੀਂ ਫਟਾਫਟ ਠੀਕ ਹੋਣਾ। ਇਹਦੇ ਡਿਫਰੈਂਟ ਪਹਿਲੂ ਨੇ, ਇਹਦੇ ਇੱਕੋ ਹੀ ਚੱਕਰ ਦੇ ਵਿੱਚ ਕਈ ਕੰਪੋਨੈਂਟ ਨੇ, ਉਹ ਠੀਕ ਹੋਣੇ ਚਾਹੀਦੇ ਨੇ। ਤੇ ਮੋਸਟ ਇੰਪੋਰਟੈਂਟ ਜਿਹੜਾ ਨਾ ਇਸ਼ੂ ਹੈਗਾ ਵੀ ਪ੍ਰਾਇਮਰੀ ਪ੍ਰੀਵੈਂਸ਼ਨ ਜਿਹੜੀ ਤੁਸੀਂ ਆਪ ਕਰ ਸਕਦੇ ਹੋ। ਸੈਕੰਡ ਹੈਗਾ ਸੈਲਫ ਪੁਲਿਸਿੰਗ, ਤੁਹਾਨੂੰ ਆਪਣੇ ਆਪ ਫਾਲੋ ਕਰਨੇ ਪੈਣੇ ਰੂਲ। ਮਾਸਕ ਜੇ ਲਾਣਾ ਤਾਂ ਲਾਣਾ ਪੈਣਾ। ਜੇ ਤੁਸੀਂ ਇਹ ਕਹਿ ਰਹੇ ਹੋ ਵੀ ਮੈਂ ਛੁੱਟੀਆਂ ਵਿੱਚ, ਹੁਣ ਛੁੱਟੀਆਂ ਬਾਰੇ ਗੱਲ ਕੀਤੀ ਸੀ, 8 ਜਨਵਰੀ ਤੱਕ ਰੂਲਸ ਉਹਨਾਂ ਨੇ ਨਹੀਂ ਬਦਲੇ। ਇਹ ਰੂਲ ਪਹਿਲਾਂ ਵੀ ਚਾਹੀਦੇ ਸੀ ਸਟ੍ਰਿਕਟ ਹੋਣੇ, ਪਰ ਹੁਣ ਜੇ ਸਟ੍ਰਿਕਟ ਕਰ ਲਏ ਨੇ ਪਿਛਲੇ 6 ਹਫ਼ਤਿਆਂ ਦੇ ਵਿੱਚ, ਤੇ ਇਹਨਾਂ ਨੂੰ ਫਾਲੋ ਕਰਨਾ ਚਾਹੀਦਾ। ਕਿਉਂਕਿ ਜਿਹੜੀ ਗੈਦਰਿੰਗ ਹੈ ਉਹ, ਜੇ ਤੇ ਤੁਸੀਂ ਇੱਕ ਐਡਰੈਸ ਵਿੱਚ ਰਹਿ ਰਹੇ ਹੋ, ਸਾਰੇ ਜਾਣੇ ਉੱਥੇ ਆ ਗਏ 6 ਜਾਣੇ, ਤੁਸੀਂ ਮਿਲਦੇ ਹੋ, ਉਹ ਕੋਈ ਗੱਲ ਨਹੀਂ। ਪਰ ਜੇ ਬਾਹਰੋਂ ਕੋਈ ਤੁਹਾਨੂੰ ਮਿਲਣਾ ਹੁੰਦਾ, ਜਾਂ ਉਹਨਾਂ ਦਾ ਸਿਸਟਮ ਆਲਰੇਡੀ ਕੰਪਰੋਮਾਈਜ਼ ਹੈ, ਜਾਂ ਤੁਸੀਂ ਉਹਨਾਂ ਨੂੰ ਖਰਾਬ ਕਰ ਸਕਦੇ ਹੋ, ਉਹ ਤੁਹਾਨੂੰ ਵਾਚ ਕਰਨਾ ਪੈਣਾ। ਸ਼ਾਪਿੰਗ ਵਾਸਤੇ ਤੁਹਾਨੂੰ ਵਾਚ ਕਰਨਾ ਪੈਣਾ। ਲੋਕੀ ਕਾਫੀ ਆਨਲਾਈਨ ਸ਼ਾਪਿੰਗ ਕਰਦੇ ਪਏ ਨੇ। ਸੋ ਜਿਹੜੀਆਂ ਕਈ ਕੰਪਨੀਜ਼ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ, ਕਿ ਨੁਕਸਾਨ ਹੋ ਰਿਹਾ, ਲੋਕਾਂ ਦੇ ਜੌਬ ਹੋ ਰਹੇ ਨੇ ਲੂਜ਼। ਸੋ ਕਈ ਗੱਲਾਂ ਜਿਹੜੀਆਂ ਨਾ, ਇਹ ਕੋਲੈਕਟਿਵਲੀ ਜਿਹੜਾ ਇਹਦਾ ਸਟ੍ਰੈਸ ਲੈਵਲ ਹੈ ਕੋਵਿਡ-19 ਕਰਕੇ ਬੜਾ ਵਧਿਆ। ਉਹ ਜਿਹੜਾ ਇਸ਼ੂ ਹੈ ਨਾ ਅਜੇ ਉੱਭਰ ਕੇ ਨਹੀਂ ਆ ਰਿਹਾ, ਕਿਉਂਕਿ ਜਦੋਂ ਵੀ ਕੋਈ ਆਪਾਂ ਕਿਸੇ ਵੀ ਇਸ਼ੂ ਬਾਰੇ ਇੰਨਾ ਡਿਸਕਸ ਕਰਦੇ ਹਾਂ, ਉਹਦੀਆਂ ਇੰਨੀਆਂ ਕੰਪਲੀਕੇਸ਼ਨਾਂ ਡਿਸਕਸ ਕਰ ਲਈਆਂ, ਉਹਦੀਆਂ ਇੰਨੀਆਂ ਮੌਤਾਂ ਹੋਈਆਂ ਦੁਨੀਆ ਦੇ ਵਿੱਚ 100 ਸਾਲਾਂ ਵਿੱਚ ਇਹੋ ਜਿਹਾ ਤਾਂ ਕੰਮ ਕਦੀ ਹੋਇਆ ਨਹੀਂ। ਜੇ ਹੋਇਆ ਤੇ ਉਹਦੇ 'ਤੇ ਫੋਕਸ ਕਰਨ ਦਾ ਇੱਕੋ ਤਰੀਕਾ ਕਿ ਉਹਨੂੰ ਹਰ ਤਰੀਕੇ ਨਾਲ ਕ੍ਰਿਟੀਕਲ ਆਈ ਨਾਲ ਦੇਖੋ ਵੀ ਆਹ ਜਿਹੜਾ ਕੰਮ ਅਸੀਂ ਕਰਨੇ ਪਿਆ ਇਹ ਵਾਕਿਆ ਠੀਕ ਹੈ। ਜੇ ਹੁਣ ਮੈਂ ਕਿਸੇ ਨੂੰ ਨਹੀਂ ਵਿਜ਼ਿਟ ਕਰ ਸਕਦਾ ਤੇ ਨਹੀਂ ਵਿਜ਼ਿਟ ਕਰ ਸਕਦਾ, ਜੇ ਤੁਸੀਂ ਕਿਸੇ ਨੂੰ ਨਹੀਂ ਮਿਲ ਸਕਦੇ ਨਹੀਂ ਮਿਲ ਸਕਦੇ। ਤੁਸੀਂ ਆਪਣੇ ਡਾਕਟਰ ਨੂੰ ਦੇਖਣਾ ਬਾਈ ਵਰਚੁਅਲ ਹੈਲਥ ਦੇਖ ਲਓ, ਜਾਂ ਜਿਹੜੇ ਨੰਬਰਸ ਨੇ ਉਹ ਮੇਨਟੇਨ ਕਰਨੇ ਪੈਣੇ। ਸ਼ਾਪਿੰਗ ਕਰਨੀ ਹੈ 2 ਮਹੀਨੇ ਵੇਟ ਕਰ ਲਓ। ਇੱਕ ਸਾਰਿਆਂ ਨੂੰ ਇੱਕ ਬੜੀ ਅੱਜ ਕੱਲ੍ਹ ਬੜੀ ਕਾਲੀ ਕਈ ਵਾਰੀ ਹੁੰਦੀ ਹੈ ਕਾਲੀ ਵੀ ਅਸੀਂ ਇੰਡੀਆ ਜਾਣਾ,
ਜਾਂ ਅਸੀਂ ਪਾਕਿਸਤਾਨ ਜਾਣਾ, ਜਸਟ ਰਿਮੈਂਬਰ ਕਿ ਜਿਹੜੀ ਟਰੈਵਲ ਦੇ ਰੂਲਸ ਉਹੀ ਐਪਲੀਕੇਬਲ ਨੇ ਜਿਹੜੇ ਪਹਿਲਾਂ ਸਨ। ਇਹ ਵੀ ਨੋਟ ਕੀਤਾ ਗਿਆ ਕਿ ਲੋਕੀ ਕਈ ਇੰਟਰਨੈਸ਼ਨਲ ਟਰੈਵਲ ਤੋਂ ਆ ਕੇ ਸਿੱਧੇ ਲੋਕਲ ਫਲਾਈਟ 'ਚ ਪੈ ਜਾਂਦੇ, ਉਹਨਾਂ ਨੂੰ ਵੀ ਕਿਸੇ ਨੇ ਮੋਨੀਟਰ ਨਹੀਂ ਕੀਤਾ। ਸੋ ਇਹ ਗੱਲਾਂ ਜਿਹੜੀਆਂ, ਕਿਉਂਕਿ ਇਹ ਅਨਨੋਨ ਜੀ ਗੱਲ ਸੀ, ਕਿਸੇ ਦੇ ਦਿਮਾਗ 'ਚ ਨਹੀਂ ਸੀ ਵੀ ਇੰਨੀ ਵੱਡੀ ਗੱਲ ਬਣੇਗੀ। ਸੋ ਇਹ ਵਾਚ ਕਰਨਾ ਪੈਣਾ। ਸੋ ਬਾਕੀ ਹੈਗਾ ਵੀ, ਕਿਉਂਕਿ ਇੰਡੀਆ 'ਚ ਦੇਖ ਲਓ ਵੀ ਹੁਣ ਫਾਰਮਰਸ ਦਾ ਪ੍ਰੋਟੈਸਟ ਹੋ ਰਿਹਾ, ਉਹਦੇ ਵਿੱਚ ਮਾਸਕ ਹੀ ਨਹੀਂ ਕਿਤੇ ਹੈਗੇ। ਤੁਸੀਂ ਵਾਚ ਤੇ ਕਰੋ, ਉਹ ਵੀ ਦੇਖੋ ਵੀ ਉੱਥੇ ਕਿਸ ਤਰ੍ਹਾਂ ਹਾਲ ਹੋਣਾ, ਉਹਦਾ ਅਲਟੀਮੇਟਲੀ ਸਾਈਡ ਇਫੈਕਟਸ ਕੀ ਹੋਣੇ ਨੇ, ਉਹ ਕਿਸ ਹਿਸਾਬ ਨਾਲ ਸਪਰੈਡ ਹੋਣੀ ਹੈ, ਜਾਂ ਹੋ ਸਕਦਾ ਵੀ ਆਲਰੇਡੀ ਕਮਿਊਨਿਟੀ ਦੇ ਹਰਡ ਕਮਿਊਨਿਟੀ ਬਣੀ ਹੋਏ। ਸੋ ਬੜੀਆਂ ਮੁਸ਼ਕਿਲਾਂ ਨੇ, ਲੋਕੀ ਕਿੰਨੀਆਂ ਮੁਸ਼ਕਿਲਾਂ ਵਿੱਚ ਆਪਣੇ ਬਾਹਰ ਜਾ ਰਹੇ ਨੇ, ਠੰਡ 'ਚ ਬੈਠੇ ਨੇ, ਉਹ ਆਪਣਾ ਉਹਨਾਂ ਦੀ ਪ੍ਰੋਟੈਕਸ਼ਨ ਕੋਈ ਨਹੀਂ ਹੈਗੀ। ਸੋ ਉਹ ਗੱਲਾਂ ਸਾਡੇ ਹਰ ਘਰ ਨੂੰ ਟੱਚ ਕਰਦੀਆਂ ਪਈਆਂ। ਅਸੀਂ ਦੂਰ ਬੈਠੇ ਹਾਂ ਜ਼ਰੂਰ, ਪਰ ਉਹਨਾਂ ਨਾਲ ਵੀ ਸਾਡਾ ਕਨੈਕਸ਼ਨ ਹੈ। ਸੋ ਸਾਰੇ ਉਹਨਾਂ ਨਾਲ ਸਿੰਪਥੀ ਫੀਲ ਕਰਦੇ ਨੇ ਵੀ ਉਹਨਾਂ ਦੀ ਸਿਹਤ ਠੀਕ ਰਹੇ। ਆਈ ਫੀਲ ਵੈਰੀ ਸਟਰੋਂਗਲੀ ਵੀ ਉਹਨਾਂ ਦੀ ਸਿਹਤ ਵਾਸਤੇ ਇਹ ਵੀ ਇੰਪੋਰਟੈਂਟ ਹੈ ਵੀ ਪ੍ਰੋਟੈਕਸ਼ਨ ਹੋਵੇ ਸਾਰਿਆਂ ਦੀ, ਕਿਉਂਕਿ ਜੇ 1.5 ਲੱਖ ਬੰਦਿਆਂ ਨੂੰ ਕੋਵਿਡ-19 ਫੈਲ ਗਿਆ ਇੱਕਦਮ, ਉਹਦਾ ਕੰਟਰੋਲ ਨਹੀਂ ਹੋਣਾ। ਸਰਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ। ਪਰ ਡਾਕਟਰ ਸਾਹਿਬ, ਜਿੱਦਾਂ ਹੁਣ ਰੈਪਿਡ ਟੈਸਟ ਸ਼ੁਰੂ ਹੋ ਗਏ ਨੇ, ਸਾਡੇ ਵੈਨਕੂਵਰ ਦੇ ਵਿੱਚ ਵੀ ਉਹਦਾ ਟ੍ਰਾਇਲ ਹੋਇਆ ਹੈ, ਕਿੰਨੇ ਕੁ ਇਫੈਕਟਿਵ ਨੇ? ਦੇਖੋ, ਸਾਰੇ ਜਿਹੜੇ ਨਾ ਇਫੈਕਟਿਵਨੈਸ ਟੈਸਟ ਹੀ ਡਿਪੈਂਡ ਕਰਦਾ ਵੀ ਤੁਸੀਂ ਕਿਹਦੇ ਨਾਲ ਗੱਲ ਕਰਦੇ ਪਏ। ਕਈ ਵਾਰੀ ਕਹਿਣਗੇ ਵੀ ਕਿਸੇ ਨੂੰ ਹੋ ਸਕਦਾ, ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਟੈਸਟ ਜਿਹੜੇ ਨਾ ਇਹਦੇ ਬਾਰੇ ਵੀ ਕਿੰਨਾ ਕਨਫਿਊਜ਼ਨ ਹੈ। ਸਪੋਜ਼ ਵੀ ਅੱਜ ਤੁਹਾਨੂੰ ਐਕਸਪੋਜ਼ ਹੋਇਆ ਕਿਸੇ ਨੂੰ, ਤੇ ਇਹ ਨਹੀਂ ਵੀ ਤੁਹਾਨੂੰ ਅਗਲੇ ਦਿਨ ਹੀ ਪੋਜ਼ਿਟਿਵ ਹੋਣਾ। 7 to 10 ਡੇਜ਼ ਤੱਕ ਉਹਦੀ ਵਾਇਰਸ ਦੀ ਬਾਡੀ ਵਿੱਚ ਉਨੀ ਕੁਆਂਟੀਟੀ ਨਹੀਂ ਵੱਧਦੀ ਕਿ ਉਹ ਟੈਸਟ ਦੀ ਪੋਜ਼ਿਟਿਵਿਟੀ ਦੇ। ਸੋ ਇਸ ਕਰਕੇ ਰੈਕਮੈਂਡੇਸ਼ਨ ਆ ਰਹੀ ਹੁਣ ਵੀ ਹੋਮ ਟੈਸਟ ਕਰੋ, ਇੱਕ ਤਰ੍ਹਾਂ ਦਾ ਹੋਮ ਟੈਸਟ, ਜਿਸ ਤਰ੍ਹਾਂ ਕਈਆਂ ਹੋਰ ਕੰਮਾਂ ਕਰਕੇ ਪ੍ਰੈਗਨੈਂਸੀ ਟੈਸਟ ਵੀ ਆਪਾਂ ਹੋਮ ਟੈਸਟ ਕਰ ਲੈਂਦੇ ਹਾਂ। ਇਸ ਕਰਕੇ ਇਹਦੇ ਵਾਸਤੇ ਵੀ ਜੇ ਟੈਸਟ ਜੇ ਆ ਗਿਆ ਮਾਰਕੀਟ ਦੇ ਵਿੱਚ, ਉਹ ਟੈਸਟ ਜਿਹੜਾ ਨਾ ਉਹ ਬੜਾ ਹੈਲਪਫੁਲ ਹੋਣਾ। ਕਾਰਨ ਉਹਦਾ ਹੈ ਕਿ ਤੁਸੀਂ ਹਰ ਰੋਜ਼ ਕਰ ਸਕਦੇ ਹੋ ਟੈਸਟ। ਅੱਜ ਜੇ ਹੈਗਾ ਤੁਹਾਡਾ ਨੈਗੇਟਿਵ, ਇਹ ਨਹੀਂ ਵੀ ਕੱਲ੍ਹ ਨੂੰ ਨਹੀਂ ਪੋਜ਼ਿਟਿਵ ਹੋਣਾ। ਕਈ ਵਾਰੀ ਤੁਸੀਂ ਟੈਸਟ ਕਰਾ ਕੇ ਆਉਂਦੇ ਹੋ ਘਰ ਆ ਕੇ, ਤੁਸੀਂ ਕਹੋ ਵੀ ਮੈਂ ਬਿਲਕੁਲ ਠੀਕ ਹਾਂ, ਪਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਅਜੇ ਤਾਂ ਤੁਸੀਂ ਅਰਲੀ ਟੈਸਟ ਕਰਾ ਲਿਆ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ, ਇਹਦਾ ਸਾਰਾ ਹੀ ਮਤਲਬ ਹੈ ਕਿ ਇਹਦੇ ਨਵੀਂ ਪ੍ਰੋਬਲਮ ਹੈ ਕੋਵਿਡ-19 ਦੀ। ਬੜਾ ਬਿਜ਼ਾਰ ਹੈਗਾ ਬਿਹੇਵੀਅਰ, ਇਹ ਬੜੀ ਘਾਤਕ ਹੈ। ਇਹਦੀ ਟਰਾਂਸਮਿਸ਼ਨ ਬਾਰੇ ਵੀ ਬਹੁਤ ਕਿੰਤੂ ਪਰੰਤੂ ਪਹਿਲਾਂ ਆਏ, ਹੁਣ ਐਟਲੀਸਟ ਸਾਰੇ ਕਹਿ ਰਹੇ ਨੇ ਵੀ ਟਰਾਂਸਮਿਸ਼ਨ ਬਾਰੇ ਤਾਂ ਸੋਲਿਡ ਗੱਲ ਹੈ। ਇਹਦਾ ਇੱਕ, ਕਿਉਂਕਿ ਇਸ ਟੈਸਟਾਂ ਦੇ ਬੇਸ ਹੋਣ ਕਰਕੇ 7 to 10 ਡੇਜ਼ ਕਰਕੇ ਉਹ ਕਈ ਕੰਟਰੀਆਂ ਵਿੱਚ ਆਈਸੋਲੇਸ਼ਨ ਪੀਰੀਅਡ 7 ਦਿਨ ਕਰਦਾ। ਜਿਵੇਂ ਗਾਰਗਲ ਟੈਸਟ ਹੈਗੇ ਆ ਜਾਂ ਰੈਪਿਡ ਟੈਸਟ ਕਿਟਸ ਹੈਗੀਆਂ ਨੇ, ਉਹ ਸਾਰੇ ਕਿਤੇ ਅਵੇਲੇਬਲ ਹੋਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਸਾਨੂੰ ਇਨਸਟੈਂਟ ਪਤਾ ਲੱਗ ਜਾਏ ਕਿ ਅਸੀਂ ਕੋਵਿਡ ਦੇ ਪੋਜ਼ਿਟਿਵ ਹੈ ਜਾਂ ਨਹੀਂ ਹੈ। ਪਰ ਸਿੰਪਟਮਸ ਜਿਹੜੇ ਨੇ ਉਹ ਤੁਹਾਨੂੰ ਜ਼ਿਆਦਾ ਦੱਸ ਦਿੰਦੇ ਨੇ, ਤੇ ਸਾਨੂੰ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਜਿੰਨਾ ਹੋ ਸਕੇ। ਜੇ ਅਸੀਂ ਕੰਮ ਦੇ ਉੱਤੇ ਕਹਿ ਦਿੰਦੇ ਹਾਂ ਕਿ ਅਸੀਂ ਠੀਕ ਨਹੀਂ ਜਾਂ ਅਸੀਂ ਠੀਕ ਨਹੀਂ ਫੀਲ ਕਰ ਰਹੇ, ਤਾਂ 14 ਦਿਨ ਤੁਸੀਂ ਆਈਸੋਲੇਸ਼ਨ ਦੇ ਵਿੱਚ ਰਹਿ ਸਕਦੇ ਹੋ, ਤੇ ਆਪਣੇ ਨਾਲ ਤੁਸੀਂ ਦੂਜਿਆਂ ਦਾ ਵੀ ਬਚਾਅ ਕਰ ਸਕਦੇ ਹੋ। ਡਾਕਟਰ ਸਾਹਿਬ, ਤਿਉਹਾਰਾਂ ਦਾ ਸੀਜ਼ਨ ਹੈ, ਜ਼ਿਆਦਾ ਹੁਣ ਕ੍ਰਿਸਮਸ ਦੀਆਂ ਤੇ ਨਜ਼ਰਾਂ ਹੈਗੀਆਂ ਨੇ ਸਾਰਿਆਂ ਦੀਆਂ ਕਿ ਇਸ ਮਹੀਨੇ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ, ਅਸੀਂ ਕ੍ਰਿਸਮਸ ਵੀ ਮਨਾਉਂਦੇ ਹਾਂ, ਵੱਖ-ਵੱਖ ਤਿਉਹਾਰ ਆਉਂਦੇ ਆ, ਉਹਨਾਂ ਦੇ ਲਈ ਕੀ ਮੈਸੇਜ ਹੈ ਤੁਹਾਡਾ? ਦੇਖੋ, ਮੈਸੇਜ ਤਾਂ ਸੇਮ ਹੀ ਹੈ। ਹਰ ਇੱਕ ਨੂੰ ਜਿਹੜਾ ਨਾ ਰੂਲਸ ਫਾਲੋ ਕਰਨੇ ਪੈਣੇ ਨੇ। ਕੋਈ ਰੂਲਸ ਦੇ ਵਿੱਚ ਤਾਂ ਕੋਈ ਇਹ ਤਾਂ ਹੈ ਨਹੀਂ ਵੀ ਤੁਸੀਂ ਇੱਕ ਧਰਮ ਨੂੰ ਬਿਲੋਂਗ ਕਰਦੇ ਹੋ ਤਾਂ ਉਹਦੇ ਵਿੱਚ ਉਹਦੇ ਘੱਟ ਰੂਲ ਨੇ। ਸਾਰਿਆਂ ਵਾਸਤੇ ਸੇਮ ਰੂਲ ਨੇ। ਜਿਹੜੀ ਗੈਦਰਿੰਗ ਉਹ ਵੀ ਤੁਹਾਨੂੰ ਚੇਂਜ ਕਰਨੀ ਪੈਣੀ ਹੈ, ਪਰਸੈਂਟੇਜ ਵੀ ਉਨੀ ਰੱਖਣੀ ਪੈਣੀ ਹੈ, ਡੈਂਸਿਟੀ ਤੁਹਾਨੂੰ ਘੱਟ ਰੱਖਣੀ ਪੈਣੀ ਹੈ, ਲੋਕਾਂ ਨਾਲ ਵਿਜ਼ਿਟ ਘੱਟ ਕਰਨਾ ਪੈਣਾ। ਜੇ ਕੋਈ ਤੁਹਾਨੂੰ ਸਮਾਨ ਦੇ ਕੇ ਕੋਈ ਤੁਹਾਡੇ ਘਰ ਆ ਰਿਹਾ, ਤੁਹਾਨੂੰ ਉਹ ਵੀ ਵਾਚ ਕਰਨਾ ਪੈਣਾ, ਜਾਂ ਤੁਸੀਂ ਕਿਸੇ ਨੂੰ ਦੇ ਰਹੇ ਉਹ ਵੀ ਵਾਚ ਕਰਨਾ ਪੈਣਾ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਜਿਹੜਾ ਮੌਸਮ, ਇਹ ਸਮਝ ਲਓ ਵੀ ਜਿਹੜਾ 2020 ਹੈ ਨਾ, ਇਹ ਤੇ ਆਉਂ ਹੋਇਆ ਵੀ ਆਇਆ ਨਹੀਂ ਸੀ, ਕਿਉਂਕਿ ਇਹੋ ਜਿਹੀ ਮਨਹੂਸ ਰਿਹਾ ਟਾਈਮ। ਇਹਦੇ ਵਿੱਚੋਂ ਜਿਹੜਾ ਨਾ ਇੰਨੀ ਲੋਕਾਂ ਨੂੰ ਮੁਸ਼ਕਲਾਂ ਆਈਆਂ। ਦੁਨੀਆ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿ ਸਾਰੀਆਂ ਇਕੋਨਮੀਜ਼ ਨੇ ਆਪਣੇ ਆਪ ਨੂੰ ਬੰਦ ਕੀਤਾ। ਕੋਈ ਡੈਫੀਸਿਟ ਦੀ ਗੱਲ ਨਹੀਂ ਕਰਦਾ ਪਿਆ, ਕੋਈ ਪੈਸੇ ਦੀ ਗੱਲ ਨਹੀਂ ਕਰਦਾ ਪਿਆ। ਅਲਟੀਮੇਟਲੀ ਹੈਲਥ ਦਾ ਇਸ਼ੂ ਹੁੰਦਾ, ਸਿਕਿਉਰਿਟੀ ਦਾ ਇਸ਼ੂ ਹੈਗਾ ਕਿ ਆਪਾਂ ਕਿਸ ਤਰ੍ਹਾਂ ਇੱਕ ਦੂਜੇ ਨੂੰ ਸਿਕਿਉਰ ਕਰਨਾ। ਤੇ ਜਿਹੜਾ ਆਉਣ ਵਾਲਾ ਸਮਾਂ ਜੇ 6 ਤੋਂ 9 ਮਹੀਨੇ ਠੀਕ ਤਰੀਕੇ ਨਾਲ ਫਾਲੋ ਕਰਾਂਗੇ ਸਾਰੇ ਰੂਲਸ, ਇਮਿਊਨਾਈਜੇਸ਼ਨ, vaccination plus physical distance plus other rules and respect for everyone, and then only we are going to improve. Otherwise ਫਿਰ ਪ੍ਰੋਬਲਮ ਖੜੀ ਹੋ ਜਾਣੀ। ਕਿਉਂਕਿ ਸਪਟੰਬਰ ਦੇ ਵਿੱਚ BC ਵਿੱਚ ਬੜੇ ਜਸ਼ਨ ਇਹਨਾਂ ਮਨਾਏ ਸਾਰੇ, ਵੀ ਸਾਰਿਆਂ ਨੇ ਕਿਹਾ ਵੀ ਅਸੀਂ ਕਰਵ ਜਿਹੜਾ ਨਾ ਠੋਸ ਕਰ ਲਿਆ, ਬਿਠਾਤਾ। ਫਿਰ ਆ ਕੇ ਅਕਤੂਬਰ ਦੇ ਵਿੱਚ ਫਿਰ ਵੱਧ ਗਿਆ, ਔਰ ਨਵੰਬਰ ਦੇ ਵਿੱਚ ਤੇ ਹੁਣ ਸਾਰਿਆਂ ਨੂੰ ਪਤਾ ਹੀ ਹੈ। ਸੋ ਇਸ ਕਰਕੇ ਜਿਹੜੀ ਚੀਜ਼ ਬਾਰੇ ਤੁਹਾਨੂੰ ਨੌਲੇਜ ਨਹੀਂ, ਜਿਹੜੀ ਚੀਜ਼ ਬਾਰੇ ਤੁਹਾਨੂੰ ਪਤਾ ਵੀ ਦੁਨੀਆ ਦੇ ਵਿੱਚ ਬਾਕੀ ਫਾਲੋ ਕਰਦੇ ਪਏ ਨੇ, ਸੇਮ ਰੂਲਸ ਫਾਲੋ ਕਰੋ।
ਕੰਸਿਸਟੈਂਟਲੀ ਆਲ ਦਾ ਟਾਈਮ ਜਿਹੜੀ ਕਨਵੀਨੀਅੰਸ ਵਾਸਤੇ ਆਪਣੇ ਵਾਸਤੇ ਜਾਂ ਆਪਣੇ ਮਾਹੌਲ ਦਾ ਟਾਈਮ ਚੁਣਨ ਵਾਸਤੇ ਜਿਹੜੀਆਂ ਚੀਜ਼ਾਂ ਫੈਸਲੇ ਹੁੰਦੇ ਨੇ ਉਹ ਨੁਕਸਾਨ ਕਰਦੇ ਨੇ, ਉਹ ਘਾਤਕ ਹੁੰਦੇ ਨੇ। ਇਸ ਕਰਕੇ ਜਿਹੜਾ ਹੁਣ ਟਰੈਵਲ ਦਾ ਫੈਸਲਾ ਉਹਨੂੰ ਸਾਨੂੰ ਫੋਲੋ ਕਰਨਾ ਪੈਣਾ, ਆਈਸੋਲੇਸ਼ਨ ਦਾ ਫੈਸਲਾ ਫੋਲੋ ਕਰਨਾ ਪੈਣਾ, ਇਮੂਨਾਈਜੇਸ਼ਨ ਦਾ ਫੈਸਲਾ ਸਾਨੂੰ ਫੋਲੋ ਕਰਨਾ ਪੈਣਾ ਐਂਡ ਕੰਸਿਸਟੈਂਟਲੀ ਫੋਲੋ ਕਰਨਾ ਪੈਣਾ। ਮਾਸਕ ਬਾਰੇ ਆਪਾਂ ਕੱਚੀ ਗੱਲ ਨਹੀਂ ਕਰ ਸਕਦੇ ਵੀ ਅੱਜ ਕਹਿ ਦਿਓ ਵੀ ਲਾਣਾ ਜ਼ਰੂਰੀ ਹੈ, ਕੱਲ੍ਹ ਕਹਿ ਦਿਓ ਨਹੀਂ ਜ਼ਰੂਰੀ ਹੈ। ਉਹ ਲਵਾਉਣਾ ਤੇ ਇਹਦਾ ਮਤਲਬ ਵੀ ਤੁਹਾਡੀ ਪ੍ਰੋਟੈਕਸ਼ਨ ਇਹ ਬੈਰੀਅਰ ਹੈ ਜਿਹੜਾ ਤੁਹਾਨੂੰ ਹੈਲਪ ਕਰ ਸਕਦਾ। ਸੋ ਕਿਉਂਕਿ ਮਾਸਕ ਲੋਕਾਂ ਨੇ ਲਾਏ, ਆਪਾਂ ਨੇ ਇਸ ਚੀਜ਼ ਨੂੰ ਫੋਲੋ ਕੀਤਾ, ਆਪਣੀਆਂ ਜਿਹੜੀਆਂ ਇੰਸਟਰਕਸ਼ਨ ਸੀ ਉਹਦੇ ਨਾਲ ਇਹ ਹੋਇਆ ਵੀ ਐਸਾ ਫਲੂ ਵੀ ਘਟੇ। ਸੋ ਫਾਇਦੇ ਵੀ ਬੜੇ ਨੇ। ਸੋ ਮੈਂ ਸਮਝਦਾ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਰਿਪੀਟ ਤਾਂ ਕਰਨੇ ਪਿਆ ਕਿਉਂਕਿ ਕਾਮਨ ਗੱਲਾਂ ਨੇ, ਜਿਹੜੀ ਕਾਮਨ ਸੈਂਸ ਹੈ ਉਹਦੇ ਵਿੱਚੋਂ ਆਪਾਂ ਨੂੰ ਕੱਢਣਾ ਪੈਣਾ। ਇਹੋ ਵੇਖੋ ਵੀ ਜਿਹੜੀ ਵਾਇਰਸ ਹੈ ਇਹਨੇ ਸਾਡਾ ਸਾਰਿਆਂ ਦਾ ਇੱਕ ਇਮਤਿਹਾਨ ਸਾਨੂੰ ਇੱਕ ਇਮਤਿਹਾਨ 'ਚ ਪਾਇਆ। ਉਸ ਇਮਤਿਹਾਨ 'ਚ ਅਸੀਂ ਪਾਸ ਕਿਸ ਤਰ੍ਹਾਂ ਹੋਣਾ, ਤੇ ਪਾਸ ਇਹ ਹੋਣਾ ਵੀ ਸਾਰੀ ਕਲਾਸ ਪਾਸ ਹੋਏ, ਇਕੱਲਾ ਇੱਕ ਬੰਦਾ ਪਾਸ ਨਹੀਂ ਹੋ ਸਕਦਾ। ਜੇ ਸਾਰੀ ਕਲਾਸ ਹੀ ਪਾਸ ਹੋਏਗੀ, ਸਾਰੀ ਕਮਿਊਨਿਟੀ ਤੇ ਪ੍ਰੋਵਿੰਸ ਤੇ ਕੰਟਰੀ ਫੇਰ ਹੀ ਫਾਇਦਾ ਹੋਣਾ। ਜੀ ਥੈਂਕ ਯੂ ਸੋ ਮਚ, ਤੁਸੀਂ ਇੰਨੀ ਸਾਨੂੰ ਇਨਫੋਰਮੇਸ਼ਨ ਦਿੰਦੇ ਹੋ, ਹਰ ਹਫਤੇ ਸਾਨੂੰ ਆ ਕੇ ਦੱਸਦੇ ਹੋ ਕਿ ਕੀ ਅਪਡੇਟ ਹੈਗੀ ਹੈ ਤੇ ਸਾਡੀ ਕਮਿਊਨਿਟੀ ਨੂੰ ਜਾਗਰੂਕ ਕਰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਬਿਲਕੁਲ, ਜਿੱਦਾਂ ਡਾਕਟਰ ਗੁਲਜ਼ਾਰ ਚੀਮਾ ਨੇ ਕਿਹਾ ਕਿ ਸਾਨੂੰ ਇਸ ਸੀਜ਼ਨ ਦੇ ਵਿੱਚ ਆਪਣੇ ਆਪ ਨੂੰ ਸਿਕਿਉਰ ਰੱਖਣਾ ਪੈਣਾ ਹੈ ਤੇ ਜਿਵੇਂ ਕਹਿੰਦੇ ਹੁੰਦੇ ਆ ਕਿ ਸਟੇ ਟੂਗੈਦਰ ਬਾਈ ਸਟੇਇੰਗ ਅਪਾਰਟ, ਤੇ ਸਾਨੂੰ ਇਸ ਸੀਜ਼ਨ ਦੇ ਵਿੱਚ ਇਹੀ ਕਰਨਾ ਪੈਣਾ ਕਿ ਜੇ ਅਸੀਂ ਇੱਕ ਦੂਜੇ ਨੂੰ ਕੋਈ ਗਿਫਟ ਦੇਣਾ ਆ ਤਾਂ ਉਹ ਗਿਫਟ ਹੋ ਸਕਦਾ ਇੱਕ ਦੂਜੇ ਤੋਂ ਦੂਰ ਰਹਿ ਕੇ ਉਹਨਾਂ ਨੂੰ ਸੁਰੱਖਿਅਤ ਰੱਖਣ ਦਾ। ਅਪਡੇਟ ਕੀ ਹੈ, ਕਰੋਨਾ ਵਾਇਰਸ ਦੀ ਵੈਕਸੀਨ ਕਦੋਂ ਆ ਰਹੀ ਹੈ, ਇਸ ਬਾਰੇ ਅਪਡੇਟ ਤੁਹਾਨੂੰ ਇਨਫੋਰਮੇਸ਼ਨ ਤੁਹਾਨੂੰ ਇਸ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।